ਸਾਹਿਬ ਜੀ ਨੇ, ਭਾਈ ਗੁਰਦਾਸ ਜੀ ਨੇ ਗੁਰੂ ਸਾਹਿਬ ਦੀ ਆਗਿਆ ਮੰਨੀ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਿੱਖਿਆ ਵੀ ਦਿੱਤੀ, ਪੈਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਜਾਗਣਾ ਹੈ, ਗੁਰਬਾਣੀ ਦਾ ਕੀਰਤਨ ਸੁਣਨਾ ਹੈ ਔਰ ਆਪਣੇ ਸੇਵਕਾਂ ਦੀ ਮਰਿਆਦਾ ਦੇ ਨਾਲ ਰੱਖਿਆ ਕਰਨੀ। ਇਹ ਸਾਰੀ ਵਿਧ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੰਪੂਰਨ ਕੀਤੀ। ਆਓ ਇਸ ਤੋਂ ਅੱਗੇ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਪਾਤਸ਼ਾਹ ਦਾ ਪਾਵਨ ਇਤਿਹਾਸ ਸਰਵਣ ਕਰੀਏ। ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਕ੍ਰਿਤ ਕੋ ਕਰ ਸਤਿਗੁਰੂ ਨਿਸਾ ਪਾਈ ਪੁਨ ਆਏ। ਇਹ ਕ੍ਰਿਤ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਕੀਤੀ ਹੈ। ਇਹਨੇ ਨੂੰ ਰਾਤ ਪੈ ਚੁੱਕੀ ਸੀ। ਰਾਤ ਸਮੇਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਆਪਣੇ ਮਹਿਲਾਂ ਵਿੱਚ, ਗੁਰੂ ਕੇ ਮਹਿਲਾਂ ਵਿੱਚ ਸਤਿਗੁਰੂ ਜੀ ਵਾਪਸ ਆਏ ਹਨ। ਗ੍ਰਹਿ ਪ੍ਰਵੇਸ਼ ਭੋਜਨ ਕਰਿਓ ਬੈਠ ਪ੍ਰਿਅੰਕ ਸੁਹਾਏ। ਘਰ 'ਚ ਪ੍ਰਵੇਸ਼ ਕਰਕੇ ਪੰਜਵੇਂ ਪਾਤਸ਼ਾਹ ਨੇ ਭੋਜਨ ਛਕਿਆ। ਬੜਾ ਸੁੰਦਰ ਪਲੰਘਾ ਹੈ। ਉਸ ਪਲੰਘੇ ਦੇ ਉੱਤੇ ਸਤਿਗੁਰੂ ਪੰਜਵੇਂ ਪਾਤਸ਼ਾਹ ਸੋਭਨੀਕ ਹੋਏ ਹਨ। ਚੌਪਈ ਸਾਧਵੀ ਸ਼੍ਰੀ ਗੰਗਾ ਚਲ ਆਈ। ਸਤਿਗੁਰੂ ਜੀ ਦੇ ਧਰਮ ਸੁਪਤਨੀ ਮਹਾਰਾਜ ਜੀ ਦੇ ਮਹਿਲ ਧੰਨ ਮਾਤਾ ਗੰਗਾ ਜੀ, ਇੰਨੇ ਨੂੰ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਵਿੱਚ ਉਹ ਆਏ ਹਨ। ਜਦੋਂ ਸਤਿਗੁਰੂ ਜੀ ਪ੍ਰਸ਼ਾਦਾ ਛਕ ਕੇ ਪਲੰਘੇ ਤੇ ਆਰਾਮ ਕਰਨ ਲੱਗੇ ਤੋ ਮਾਤਾ ਗੰਗਾ ਜੀ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਏ ਹਨ। ਬੈਠੀ ਨਿਕਟ ਦੇਖ ਸੁਖ ਪਾਈ। ਗੁਰੂ ਚਰਨਾਂ ਵਿੱਚ ਨਮਸਕਾਰ ਕਰਕੇ ਮਾਤਾ ਗੰਗਾ ਜੀ ਬੈਠ ਗਏ ਹਨ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਗੰਗਾ ਜੀ ਨੂੰ ਬੈਠਿਆਂ ਵੇਖਿਆ ਹੈ। ਸ਼੍ਰੀ ਅਰਜਨ ਸਭ ਬਾਤ ਬਖਾਨੀ। ਜਗਤ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਆਪਣੇ ਧਰਮ ਸੁਪਤਨੀ ਮਾਤਾ ਗੰਗਾ ਜੀ ਨੂੰ ਕਹਿਣ ਲੱਗੇ, ਮਾਤਾ ਗੰਗਾ ਜੀ ਨੂੰ ਸੰਬੋਧਨ ਕਰਕੇ ਕਹਿਣ ਲੱਗੇ, ਸੁਨੋ ਆਰਜੇ ਭਾਗ ਮਾਨੀ। ਮਹਾਰਾਜ ਜੀ ਕਹਿਣ ਲੱਗੇ, ਹੈ ਆਰਿਆ ਪੁੱਤਰੀ। ਆਰਿਆ ਪੁੱਤਰੀ ਦਾ ਮਤਲਬ ਹੁੰਦਾ ਵੀ ਸ੍ਰੇਸ਼ਟ ਪਿਤਾ ਦੀ ਧੀ, ਉੱਤਮ ਪਿਤਾ ਦੀ ਧੀ। ਮਹਾਰਾਜ ਜੀ ਕਹਿੰਦੇ, ਹੈ ਆਰਿਆ ਪੁੱਤਰੀ ਸੁਣ, ਤੇਰੇ ਵਾਸਤੇ ਹੁਣ ਸਾਡਾ ਉਪਦੇਸ਼ ਹੈ। ਤੇਰੇ ਭਾਗ ਬੜੇ ਵੱਡੇ ਨੇ ਗੰਗਾ, ਤੇਰੇ ਭਾਗ ਬੜੇ ਮਹਾਨ ਤੇ ਸਰਵੋਤਮ ਹਨ। ਲਾਪੁਰ ਕੋ ਹਮ ਕਰੇ ਪਿਆਨਾ। ਅਸੀਂ ਕੱਲ ਨੂੰ ਲਾਹੌਰ ਨੂੰ ਚਾਲਾ ਪਾਉਣਾ ਹੈ, ਕਿਉਂਕਿ ਸਾਡੇ ਲਈ ਸੱਦਾ ਆ ਗਿਆ। ਐਦੀ ਆਏ ਸਨ ਚਿੱਠੀ ਲੈ ਕੇ, ਪਰਵਾਨਾ ਲੈ ਕੇ ਸਰਕਾਰ ਦਾ। ਹੁਣ ਸਾਨੂੰ ਕੱਲ ਨੂੰ ਲਾਹੌਰ ਜਾਣਾ ਪਵੇਗਾ। ਅਸੀਂ ਕੱਲ ਨੂੰ ਲਾਹੌਰ ਜਾਵਾਂਗੇ। ਹੋਤ ਪ੍ਰਾਤ ਨਿਸ਼ਚੇ ਹੋਏ ਜਾਨਾ। ਅੱਜ ਦੀ ਰਾਤ ਅਸੀਂ ਇੱਥੇ ਵਿਸ਼ਰਾਮ ਕਰਾਂਗੇ। ਕੱਲ ਸਵੇਰੇ ਦਿਨ ਚੜ੍ਹਦਿਆਂ ਸਾਰ ਨਿਸ਼ਚੇ ਕਰਕੇ ਸਾਡਾ ਲਾਹੌਰ ਜਾਣਾ ਹੋਵੇਗਾ। ਤਵ ਸੁਤ ਸਕਲ ਕਾਜ ਕੋ ਸਿਆਨਾ। हे ਗੰਗਾ ਜੀ, ਤੁਹਾਡੇ ਜੋ ਸਹਿਬਜ਼ਾਦੇ ਹਨ, ਤੁਹਾਡੇ ਜੋ ਸੁਪੁੱਤਰ ਹਨ ਸ਼੍ਰੀ ਹਰਗੋਬਿੰਦ ਸਾਹਿਬ, ਉਹ ਸਾਰੇ ਕਾਰਜਾਂ ਵਿੱਚ ਕੁਸ਼ਲ ਨੇ। ਹੁਣ ਉਹ ਹਰ ਇੱਕ ਪ੍ਰਕਾਰ ਦਾ ਕੰਮ ਕਰ ਸਕਦੇ ਨੇ। ਪੂਰਨ ਤੌਰ ਤੇ ਉਹ ਸੰਪੰਨ ਹਨ ਹਰ ਇੱਕ ਕਾਰਜ ਕਰਨ ਵਿੱਚ। ਧਰਮ ਧੀਰ ਧਰ ਧਰਨ ਸਮਾਨਾ। ਉਹ ਧਰਮ ਨੂੰ ਧਾਰਨ ਕਰਨ ਵਾਲੇ ਮਹਾਨ ਧੀਰਜੀ ਹਨ ਔਰ ਧੀਰਜ ਦੇ ਸਹਿਤ ਪੂਰਨ ਤੌਰ ਤੇ ਬਲਵਾਨ ਵੀ ਹਨ।
ਨਹੀਂ ਸਦੀਵ ਦੇਹ ਏ ਰਹੈ। ਗੰਗਾ ਜੀ ਇਹ ਜਿਹੜੇ ਸਰੀਰ ਨੇ ਇਹ ਸਦਾ ਨਹੀਂ ਰਹਿਣੇ। ਇਹ ਸਰੀਰ ਨਾਸ਼ਵਾਨ ਨੇ, ਪੰਜਾਂ ਤੱਤਾਂ ਦੇ ਬਣੇ ਹੋਏ। ਜੇ ਪੰਜ ਤੱਤ ਬਿਨਸ ਜਾਂਦੇ ਨੇ ਤੇ ਫਿਰ ਪੰਜਾਂ ਤੱਤਾਂ ਤੋਂ ਬਣੇ ਸਰੀਰ ਕਿਵੇਂ ਸਦਾ ਰਹਿ ਸਕਦੇ ਨੇ। ਇਹ ਸਰੀਰ ਨਾਸ਼ਵਾਨ ਤੇ ਮਿਥਿਆ ਹਨ। ਜਾਂ ਤੇ ਸੋ ਮਤ ਸਨੇ ਨਾ ਗਹਿ। ਇਸ ਕਰਕੇ ਜਿਹੜੇ ਸਿਆਣੇ ਸੂਝਵਾਨ ਬੁੱਧੀਮਾਨ ਲੋਕ ਨੇ ਉਹ ਕਦੇ ਆਪਣੀ ਦੇਹ ਨਾਲ ਪਿਆਰ ਨਹੀਂ ਕਰਦੇ, ਉਹ ਆਪਣੇ ਸਰੀਰ ਨਾਲ ਕਦੇ ਸਨੇਹ ਨਹੀਂ ਕਰਦੇ, ਇਹ ਜਾਣ ਕੇ ਕਿ ਇਹ ਸਰੀਰ ਨਾਸ਼ਵਾਨ ਹਨ। ਜੋ ਉਪਜੈ ਸੋ ਬਿਨਸਨ ਹਾਰ। ਇਹ ਸੰਸਾਰ ਦਾ ਨਿਯਮ ਹੀ ਐਸਾ ਹੈ, ਜਿਹੜਾ ਉਪਜਿਆ ਹੈ ਉਹਨੇ ਇੱਕ ਨਾ ਇੱਕ ਦਿਨ ਬਿਨਸਣਾ ਹੈ। ਇਹ ਸਾਰੇ ਸੰਸਾਰ ਦਾ ਨਿਯਮ ਹੈ, ਜੋ ਉਪਜਿਆ ਹੈ ਸੋ ਬਿਨਸੇਗਾ। ਜੋ ਊਚੋ ਸੋ ਗਿਰਨੇ ਹਾਰ। ਸੁਭਾਵਕ ਹੈ ਜਿਹੜੀ ਚੀਜ਼ ਉਚਾਈ ਤੇ ਹੋਵੇ ਉਹ ਮੁੜ ਕੇ ਡਿੱਗਦੀ ਵੀ ਹੈ ਕਦੇ। ਜੋ ਉਚਾਈ ਤੇ ਹੈ, ਜੋ ਉੱਚੇ ਥਾਂ ਤੇ ਪਈ ਹੈ, ਉਹ ਥੱਲੇ ਡਿੱਗਦੀ ਵੀ ਹੈ। ਇਸੇ ਤਰ੍ਹਾਂ ਜੋ ਜਨਮਿਆ ਹੈ ਉਸ ਦਾ ਮਰਨਾ ਵੀ ਨਿਸ਼ਚਿਤ ਹੈ। ਜਨਮੰ ਤਾਂ ਮਰਣੰ, ਜੇ ਜਨਮ ਹੈ ਤਾਂ ਮਰਨਾ ਵੀ ਨਿਸ਼ਚਿਤ ਹੈ। ਜੋ ਆਇਆ ਹੈ ਉਹਨੇ ਸੰਸਾਰ ਤੋਂ ਜਾਣਾ ਵੀ ਹੈ। ਭਗਤ ਰਵਿਦਾਸ ਜੀ ਮਹਾਰਾਜ ਜੀ ਦੇ ਬਚਨ ਨੇ, ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਭੀ ਚਲਨਾ, ਦੂਰ ਗਵਨ ਸਿਰ ਊਪਰ ਮਰਨਾ। ਇਹ ਸੰਸਾਰ ਦਾ ਅਟਲ ਨਿਯਮ ਹੀ ਐਸਾ ਹੈ, ਜੋ ਜਨਮਿਆ ਹੈ ਉਸਨੇ ਮਰਨਾ ਹੈ। ਇਹੀ ਸਨਾਤਨ ਦੇਹਨ ਧਰਮ। ਸਨਾਤਨ ਦਾ ਮਤਲਬ ਹੁੰਦਾ ਵੀ ਮੁੱਢ ਤੋਂ, ਜਦੋਂ ਦਾ ਸੰਸਾਰ ਬਣਿਆ ਉਦੋਂ ਤੋਂ ਲੈ ਕੇ ਹੁਣ ਤੱਕ ਸਰੀਰਾਂ ਦਾ ਇਹੀ ਧਰਮ ਰਿਹਾ, ਇਹਨਾਂ ਸਰੀਰਾਂ ਦਾ ਇਹੀ ਮਰਿਆਦਾ ਰਹੀ ਹੈ। ਇਸ ਮੈਂ ਪ੍ਰੇਮ ਮਹਾ ਔਰ ਪਰਮ। ਹਾਂ, ਇਸ ਸਰੀਰ ਦੇ ਨਾਲ ਪ੍ਰੇਮ ਕਰਨਾ ਇਹ ਬੜਾ ਵੱਡਾ ਭਰਮ ਹੈ। ਹਿਰਦੇ ਵਿੱਚ ਸਭ ਤੋਂ ਵੱਡਾ ਭਰਮ ਹੈ ਆਪਣੀ ਇਸ ਦੇਹ ਨਾਲ ਸਨੇਹ ਕਰਨਾ, ਆਪਣੇ ਇਸ ਸਰੀਰ ਨਾਲ ਪ੍ਰੇਮ ਕਰਨਾ। ਦਿਨ ਪ੍ਰਤ ਸਭ ਪ੍ਰਣਾਮ ਕੋ ਪਾਵੇ। ਦਿਨ ਪ੍ਰਤੀ ਦਿਨ ਹਰ ਇੱਕ ਚੀਜ਼ ਜਿਹੜੀ ਆ ਉਹ ਪ੍ਰਣਾਮਵਾਦੀ ਹੈ, ਬਦਲਦੀ। ਜਿਹੜੀ ਚੀਜ਼ ਬਦਲੇਗੀ ਉਹ ਘਟੇਗੀ। ਹਰ ਇੱਕ ਚੀਜ਼ ਘਟ ਰਹੀ ਹੈ, ਦਿਨ ਪ੍ਰਤੀ ਦਿਨ ਹਰ ਇੱਕ ਸ਼ੈ ਘਟ ਰਹੀ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਹਿਸਕ੍ਰਿਤੀ ਦੇ ਸ਼ਲੋਕਾਂ ਵਿੱਚ ਇਹ ਬਚਨ ਲਿਖੇ ਨੇ ਕਿ ਜਿਤਨਾ ਵੀ ਇਹ ਰੂਪਮਾਨ ਪਸਾਰਾ ਹੈ ਘਟ ਰਿਹਾ ਹੈ। ਆਕਾਸ਼ ਵਿੱਚ ਚੰਦਰਮਾ, ਸੂਰਜ, ਤਾਰੇ, ਨਖਯੱਤਰ ਇਹ ਸਭ ਘਟ ਰਹੇ ਨੇ। ਘਟੰਤ ਰੂਪੰ, ਜੋ ਵੀ ਦਿਸ ਰਿਹਾ ਸਭ ਕੁਝ ਘਟ ਰਿਹਾ ਹੈ। ਇਹ ਸਾਰਾ ਪਸਾਰਾ ਘਟ ਰਿਹਾ ਹੈ, ਆਪਣੇ ਕਾਲ ਵਾਲੇ ਪਾਸੇ, ਅੰਤ ਵਾਲੇ ਪਾਸੇ ਵੱਧ ਰਿਹਾ ਹੈ। ਪ੍ਰਥਮ ਸਮਾਨ ਸਥਿਰ ਨਾ ਰਹਾਵੇ। ਇਹ ਜਿਹੜੀਆਂ ਦੇਹਾਂ ਨੇ, ਜਿਹੜੇ ਸਰੀਰ ਨੇ, ਇਹ ਪਹਿਲਾਂ ਦੇ ਸਮਾਨ ਥਿਰ ਨਹੀਂ ਰਹਿੰਦੇ। ਜੋ ਪਹਿਲਾਂ ਸੀ ਉਹ ਅੱਜ ਨਹੀਂ। ਅੱਜ ਤੋਂ 10 ਸਾਲ ਪਹਿਲਾਂ ਸਾਡੀ ਕਾਇਆ ਜਿਹੋ ਜੀ ਸੀ ਅੱਜ ਉਹੋ ਜੀ ਨਹੀਂ ਹੈ, ਬਦਲੀ ਹੈ ਨਾ। ਇਹ ਸਦਾ ਬਦਲਦੀ ਹੈ, ਤਬਦੀਲ ਹੁੰਦੀ ਹੈ, ਸਦਾ ਇੱਕੋ ਜਿਹੀ ਨਹੀਂ ਰਹਿਣ ਵਾਲੀ। ਬਾਲਕ ਤੇ ਹੋਵੇ ਸੋ ਕੁਮਾਰ। ਦੇਖੋ ਪਹਿਲਾਂ ਬਚਪਨ ਦੀ ਅਵਸਥਾ ਵਿੱਚ ਕਿੱਦਾਂ ਦਾ ਸਰੀਰ ਸੀ, ਬਚਪਨ ਤੋਂ ਕੁਮਾਰ ਅਵਸਥਾ ਵਿੱਚ ਆ ਗਿਆ, ਜਵਾਨ ਹੋ ਗਿਆ, ਫਿਰ ਸਰੀਰ ਬਦਲ ਗਿਆ। ਫਿਰ ਉਹ ਸਰੀਰ ਨਹੀਂ ਨਾ ਰਿਹਾ ਜਿਹੜਾ ਬਚਪਨ ਦਾ ਸੀ, ਉਹ ਜਵਾਨੀ ਵਿੱਚ ਬਦਲ ਗਿਆ, ਉਹ ਨਹੀਂ ਰਿਹਾ। ਤਰਨ ਹੋਤ ਪੁਨ ਬ੍ਰਿਧਤਾ ਧਾਰ। ਜਦੋਂ ਜਵਾਨ ਹੁੰਦਾ ਤੇ ਜਵਾਨੀ ਤੋਂ ਬਾਅਦ ਬੁਢੇਪਾ ਆ ਜਾਂਦਾ ਤੇ ਫਿਰ ਜਵਾਨੀ ਵਾਲਾ ਸਰੀਰ ਨਹੀਂ ਰਹਿੰਦਾ। ਬੁਢੇਪੇ ਕਰਕੇ, ਜੀਰਣਤਾਈ ਕਰਕੇ ਜਵਾਨੀ ਦਾ ਤਨ ਚਲਾ ਜਾਂਦਾ ਹੈ। ਜਰਾ ਗ੍ਰਸੇ ਤਬ ਜੀਰਣ ਹੋਏ। ਜਦੋਂ ਬੁਢੇਪਾ ਗ੍ਰਸ ਲੈਂਦਾ ਹੈ ਇਸ ਮਨੁੱਖ ਦੇ ਸਰੀਰ ਨੂੰ, ਉਸ ਵਕਤ
ਫਿਰ ਇਹਦਾ ਸਰੀਰ ਜੀਰਣ ਹੋ ਜਾਂਦਾ, ਪੁਰਾਣਾ ਹੋ ਜਾਂਦਾ ਹੈ। ਬੋਹਰੋ ਅੰਤ ਸਮੇਂ ਮੈਂ ਸੋਏ। ਫਿਰ ਇਹ ਅੰਤਲੇ ਸਮੇਂ ਤੱਕ ਪਹੁੰਚ ਜਾਂਦਾ ਹੈ, ਕਾਲ ਦੀ ਖੁਰਾਕ ਬਣ ਜਾਂਦਾ ਹੈ, ਕਾਲ ਦਾ ਗਰਾਸ ਬਣ ਜਾਂਦਾ ਹੈ। ਰਹੋ ਪੀਛੇ ਕੁਛ ਸ਼ੋਕ ਨ ਮਾਨੋ। ਗੰਗਾ ਜੀ, ਇਹ ਗੱਲਾਂ ਅਸੀਂ ਤੁਹਾਨੂੰ ਤਾਂ ਕਹਿ ਰਹੇ ਹਾਂ ਕਿਉਂਕਿ ਹੁਣ ਸਾਡੇ ਸਰੀਰ ਤਿਆਗਣ ਦਾ ਵੀ ਸਮਾਂ ਆ ਗਿਆ ਹੈ ਤੇ ਤੁਸੀਂ ਸਾਡੇ ਪਿੱਛੋਂ ਰਹਿਣਾ ਹੈ ਤੇ ਸਾਡੇ ਪ੍ਰਤੀ ਸ਼ੋਕ ਨਹੀਂ ਕਰਨਾ। ਆਪਣੇ ਮਨ ਵਿੱਚ ਸੋਗ ਦੀ ਬਿਰਤੀ ਨਹੀਂ ਰੱਖਣੀ। ਦੇਹ ਆਪ ਤੇ ਤਜਨ ਨ ਠਾਨੋ। ਔਰ ਕਿਤੇ ਐਸਾ ਨਾ ਹੋਵੇ ਕਿ ਅਸੀਂ ਸਰੀਰ ਤਿਆਗੀਏ ਤੇ ਸੁਣ ਕੇ ਤੁਸੀਂ ਵੀ ਪਿੱਛੋਂ ਆਪਣਾ ਸਰੀਰ ਤਿਆਗ ਦਿਓ। ਮਾਤਾ ਗੰਗਾ ਜੀ ਨੂੰ ਪੰਜਵੇਂ ਪਾਤਸ਼ਾਹ ਕਹਿ ਰਹੇ ਨੇ, ਗੰਗਾ ਜੀ ਆਪਣੇ ਆਪ ਸਰੀਰ ਨਹੀਂ ਤਿਆਗਣਾ। ਹਾਂ, ਜਦੋਂ ਪਰਾਲਬਧ ਖਤਮ ਹੋਵੇਗੀ, ਸੁਤੇ ਸਿੱਧ ਸਰੀਰ ਤਿਆਗਣ ਦਾ ਸਮਾਂ ਆਵੇ, ਉਦੋਂ ਤਿਆਗਣਾ, ਆਪਣੇ ਆਪ ਸਰੀਰ ਨਹੀਂ ਤਿਆਗਣਾ। ਤੇ ਮਹਾਰਾਜ ਜੀ ਨੇ ਹੁਕਮ ਕੀਤਾ ਮਾਤਾ ਗੰਗਾ ਜੀ ਨੂੰ, ਪੁੱਤਰ ਸੁਪੋਤਰਨ ਕੋ ਸੁਖ ਦੇਖ। ਤੁਸੀਂ ਆਪਣੇ ਪੁੱਤਰ ਦੇ ਪੁੱਤਰਾਂ ਦਾ ਵੀ ਸੁੱਖ ਵੇਖਣਾ। ਗੰਗਾ ਜੀ, ਤੁਸੀਂ ਆਪਣੀ ਗੋਦ 'ਚ ਆਪਣੇ ਪੋਤਰਿਆਂ ਨੂੰ ਖਿਡਾਉਣਾ। ਤੁਸੀਂ ਹਾਲੇ ਆਪਣੇ ਪੋਤਰਿਆਂ ਨੂੰ ਖਿਡਾਉਣ ਦਾ ਸੁੱਖ ਮਾਣਨਾ ਹੈ। ਸ਼ਾਦੀ ਕਰੋ ਆਨੰਦ ਵਿਸ਼ੇਖ। ਗੁਰੂ ਘਰ ਦੇ ਵਿੱਚ ਉਹ ਸ਼ਾਦੀਆਂ, ਉਹ ਖੁਸ਼ੀਆਂ, ਉਹ ਆਨੰਦ ਵਿਸ਼ੇਸ਼ ਕਰਕੇ ਤੁਸੀਂ ਵੇਖਣੇ ਔਰ ਮਾਣਨੇ ਹਨ। ਅੰਤ ਸਮਾਂ ਹੋਏ ਪ੍ਰਾਪਤ ਜਬੈ। ਜਦੋਂ ਤੁਹਾਡੇ ਇਸ ਕਾਇਆ ਦਾ ਸਰੀਰ ਦਾ ਅੰਤਮ ਸਮਾਂ ਆਵੇਗਾ, ਹਮ ਸੋ ਮਿਲੇ ਆਨ ਤੂੰ ਤਬੈ। ਤੇ ਗੰਗਾ ਜੀ, ਉਸ ਵਕਤ ਇਸ ਸਰੀਰ ਨੂੰ ਤਿਆਗ ਕੇ ਤੁਸੀਂ ਸਾਨੂੰ ਆ ਕੇ ਮਿਲ ਕੇ ਸਾਡੇ ਵਿੱਚ ਅਭੇਦ ਹੋਵੋਗੇ। ਪਰ ਉਦੋਂ ਤੱਕ ਤੁਸੀਂ ਆਪਣੀ ਇਸ ਕਾਇਆ ਨੂੰ ਰੱਖਣਾ ਹੈ, ਆਪਣੇ ਆਪ ਇਹ ਸਰੀਰ ਨਹੀਂ ਤਿਆਗਣਾ। ਕਿਉਂਕਿ ਮਾਤਾ ਜੀ ਕੋਲ ਵੀ ਇੱਕ ਸ਼ਮਤਾ ਹੈ, ਉਹ ਚਾਹੁਣ ਤੇ ਆਪਣਾ ਸਰੀਰ ਸਤਿਗੁਰੂ ਜੀ ਮਹਾਰਾਜ ਜੀ ਦਾ ਬਚਨ ਸੁਣਦਿਆਂ ਸਾਰ ਤਿਆਗ ਸਕਦੇ ਨੇ। ਸਰੀਰ ਨੂੰ ਰੱਖਣਾ ਤੇ ਤਿਆਗਣਾ ਮਾਤਾ ਜੀ ਦੇ ਅਖਤਿਆਰ ਸੀ, ਕਿਉਂਕਿ ਉਹ ਜਨਮ ਤੇ ਮਰਨ ਵਿੱਚ ਨਹੀਂ ਹਨ। ਪਰ ਮਹਾਰਾਜ ਜੀ ਕਹਿੰਦੇ ਜਿੰਨੀ ਪਰਾਲਬਧ ਹੈ ਉਹ ਤੁਸੀਂ ਭੋਗਣੀ ਹੈ। ਜਦੋਂ ਸਮਾਂ ਆਵੇਗਾ ਅੰਤਮ, ਤੁਸੀਂ ਇਸ ਸਰੀਰ ਨੂੰ ਤਿਆਗ ਕੇ ਸਾਡੇ ਵਿੱਚ ਆ ਕੇ ਅਭੇਦ ਹੋਣਾ ਹੈ। ਗੰਗਾ ਸੁਨੀ ਅਚਾਨਕ ਬਾਤੀ। ਮਾਤਾ ਗੰਗਾ ਜੀ ਨੇ ਅਚਨਚੇਤ ਅਕਸ਼ਮਾਤਰ ਇਹ ਗੱਲ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮੁਖੋਂ ਸੁਣੀ, ਕਮਲ ਬਿਲੋਚਨ ਅਸ਼ਰੂ ਪਪਾਤੀ। ਇੱਕਦਮ ਮਾਤਾ ਜੀ ਦੀਆਂ ਅੱਖਾਂ ਭਰ ਆਈਆਂ। ਇੱਕਦਮ ਮਾਤਾ ਗੰਗਾ ਜੀ ਦੇ ਨੇਤਰ ਸਜਲ ਹੋ ਗਏ। ਇੱਕਦਮ ਨੇਤਰਾਂ ਚੋਂ ਫੁਹਾਰ ਚੱਲ ਪਈ। ਏ ਕਿਮ ਕਈ ਆਪਨੇ ਬਾਣੀ। ਮਾਤਾ ਜੀ ਬੋਲੇ, ਸਤਿਗੁਰੂ ਜੀ ਇਹ ਕੀ ਕਹਿ ਰਹੇ ਹੋ ਆਪ ਜੀ? ਇਹ ਕੀ ਆਖ ਰਹੇ ਹੋ ਆਪ ਜੀ? ਇਹ ਕਿਸ ਤਰ੍ਹਾਂ ਦੇ ਬਚਨ ਕਰ ਰਹੇ ਹੋ? ਤੀਖਨ ਤਪਤ ਨਰਾਂਚੋਂ ਸਮਾਨੀ। ਮਹਾਰਾਜ ਤੁਹਾਡੇ ਬਚਨ ਤਿੱਖੇ ਨਰਾਂਚਾਂ ਦੇ ਸਮਾਨ ਨੇ। ਨਰਾਂਚ ਤੀਰ ਹੁੰਦਾ ਇੱਕ, ਜਿਹਦੀ ਡੰਡੀ ਵੀ ਜਿਹੜੀ ਹੁੰਦੀ ਹੈ ਉਹ ਲੋਹੇ ਦੀ ਹੁੰਦੀ ਹੈ, ਉਹਨੂੰ ਨਰਾਂਚ ਕਹਿੰਦੇ ਨੇ। ਜਿਵੇਂ ਤੁਸੀਂ ਦਸਵੇਂ ਪਾਤਸ਼ਾਹ ਜੀ ਦੇ ਤੀਰਾਂ ਦੇ ਦਰਸ਼ਨ ਕਰਦੇ ਹੋ ਨਾ, ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ, ਖਪਰਾ ਤੀਰ, ਉਹ ਨਰਾਂਚ ਹੈ। ਉਹਦੀ ਜਿਹੜੀ ਡੰਡੀ ਹੈ ਨਾ, ਉਹ ਵੀ ਲੋਹੇ ਦੀ ਹੈ, ਉਹਨੂੰ ਨਰਾਂਚ ਤੀਰ ਕਹਿੰਦੇ ਹਨ। ਮਾਤਾ ਜੀ ਕਹਿੰਦੇ, ਸਤਿਗੁਰੂ ਜੀ ਤੁਹਾਡੇ ਇਹ ਬਚਨ ਜਿਵੇਂ ਕੋਈ ਨਰਾਂਚ ਤਿੱਖਾ ਤੀਰ ਹੁੰਦਾ ਹੈ, ਉਹਦੇ ਵਾਂਗੂ ਮੇਰੇ ਕਲੇਜੇ ਨੂੰ ਵਿੰਨ ਗਏ ਹਨ। ਸ਼ਰੁਤਦਰ ਪ੍ਰਵਿਸ਼ ਰਿਦਾ ਮਮ ਬੇਦਾ। ਆਪ ਜੀ ਦੇ ਬਚਨ ਨਰਾਂਚ ਤੀਰ ਵਾਂਗੂ ਮੇਰੇ ਕੰਨਾਂ ਦੇ ਰਾਹੀਂ ਅੰਦਰ ਗਏ ਨੇ ਔਰ ਮੇਰੇ ਹਿਰਦੇ ਨੂੰ ਉਹਨਾਂ ਨੇ ਵਿੰਨ ਕੇ ਰੱਖ ਦਿੱਤਾ ਹੈ, ਮੇਰੇ ਕਲੇਜੇ ਨੂੰ ਵਿੰਨ ਕੇ ਰੱਖ ਦਿੱਤਾ ਤੁਹਾਡੇ ਨਾ ਬਚਨਾਂ ਨੇ। ਕਸ ਉਪਦੇਸ਼ ਤੋ ਅਸਮੇਦਾ। ਇਹ ਮਹਾਰਾਜ ਆਪ ਜੀ ਕਿਸ ਤਰ੍ਹਾਂ ਦਾ ਉਪਦੇਸ਼ ਦੇਣ ਲੱਗੇ ਹੋ?
ਇਹ ਕਿਸ ਤਰ੍ਹਾਂ ਦੀ ਮਹਾਰਾਜ ਸ੍ਰੇਸ਼ਟ ਮਤ ਧਾਰਨ ਕਰਕੇ ਉਪਦੇਸ਼ ਦੇ ਰਹੇ ਹੋ? ਧੀਰਜ ਤਰਨ ਬਖਾਨ ਤੇ ਆਪੂ। ਮੈਨੂੰ ਕਹਿ ਰਹੇ ਹੋ ਕਿ ਤੂੰ ਧੀਰਜ ਰੱਖਣਾ ਹੈ, ਤੂੰ ਹੌਸਲਾ ਰੱਖਣਾ ਹੈ, ਨਾਲੇ ਮਹਾਰਾਜ ਤੀਰ ਨਾਲ ਮਾਰਦੇ ਹੋ, ਨਾਲੇ ਕਹਿੰਦੇ ਹੋ ਮੈਂ ਧੀਰਜ ਰੱਖਾਂ ਹੌਸਲਾ ਰੱਖਾਂ। ਇਹ ਕਿਵੇਂ ਹੋ ਸਕਦਾ ਹੈ? ਨਾਲੇ ਤਾਂ ਤੀਰ ਮਾਰ ਰਹੇ ਹੋ, ਨਾਲੇ ਕਹਿੰਦੇ ਹੌਸਲਾ ਰੱਖ, ਧੀਰਜ ਰੱਖ। ਮਹਾਰਾਜ ਇਹ ਕਿਵੇਂ ਹੋ ਸਕਦਾ ਹੈ? ਜਿਸ ਤੇ ਇਸ ਜੁਤ ਆਨੰਦ ਖਾਪੂ। ਮਹਾਰਾਜ ਮੇਰੇ ਤਾਂ ਸਾਰੇ ਆਨੰਦ ਖੱਪ ਗਏ ਨੇ, ਮੇਰੇ ਹਿਰਦੇ ਦੀਆਂ ਸਾਰੀਆਂ ਖੁਸ਼ੀਆਂ ਚਲੀਆਂ ਗਈਆਂ ਨੇ ਆਪ ਜੀ ਦੇ ਇਹ ਬਚਨ ਸੁਣ ਕੇ। ਸਭ ਸੰਗਤ ਕੇ ਸਹਿਤ ਕੁਟੰਬੂ। ਮਹਾਰਾਜ ਸਾਰੀ ਸੰਗਤ ਦੇ ਸਹਿਤ ਆਪ ਜੀ ਦਾ ਸਾਰਾ ਕੁਟੰਬ, ਆਪ ਜੀ ਦਾ ਸਾਰਾ ਪਰਿਵਾਰ, ਕਰਨ ਸ਼ਰੇ ਕੇ ਆਪ ਅਲੰਬੂ। ਸਾਰਿਆਂ ਦੀ ਸ਼ਰੇ ਕਰਨ ਵਾਲੇ ਤੁਸੀਂ ਹੋ, ਸਾਰਿਆਂ ਦੀ ਕਲਿਆਣ ਕਰਨ ਵਾਲੇ ਤੁਸੀਂ, ਔਰ ਫਿਰ ਸਾਰਿਆਂ ਦੇ ਆਸਰੇ, ਸਾਰਿਆਂ ਦਾ ਆਧਾਰ ਤੇ ਟੇਕ ਵੀ ਤੁਸੀਂ ਹੋ। ਸ਼੍ਰੀ ਹਰਿਗੋਬਿੰਦ ਬਾਲਿਕ ਬੈਸਾ। ਰਾਜ ਗੁਰੂ ਹਰਗੋਬਿੰਦ ਸਾਹਿਬ ਹਾਲੇ ਕਿੱਡੇ ਕੁ ਹੋ ਗਏ ਨੇ? ਹਾਲੇ 11 ਸਾਲ ਦੀ ਉਹਨਾਂ ਦੀ ਉਮਰ ਨਹੀਂ ਹੋਈ ਪੂਰੀ। ਹਾਲੇ ਤਾਂ ਉਹ ਬਾਲ ਅਵਸਥਾ ਵਿੱਚ ਨੇ, ਹਾਲੇ ਤਾਂ ਉਹ ਬਚਪਨ ਵਿੱਚ ਹਨ। ਆਪ ਜਨਾਵਤ ਕਾਰਜ ਕੈਸਾ। ਆਪ ਜੀ ਤੁਸੀਂ ਇਹ ਕਿਸ ਤਰ੍ਹਾਂ ਦਾ ਕਾਰਜ ਜਣਾ ਰਹੇ ਹੋ? ਹਾਲੇ ਉਹ ਕਿੰਨੀ ਕੁ ਜ਼ਿੰਮੇਵਾਰੀ ਸਾਂਭਣ ਜੋਗੇ ਹੋਏ ਨੇ? ਹਾਲੇ ਤਾਂ ਉਹ ਬਿਲਕੁਲ ਬਾਲਕ ਹਨ। ਸ਼ਤਰੂਗਨ ਸਭ ਰਚਤ ਉਪਾਇਆ। ਸਾਡੇ ਕਿੰਨੇ ਦੁਸ਼ਮਣ ਨੇ ਮਹਾਰਾਜ, ਕਿੰਨੇ ਦੁਸ਼ਮਣ ਨੇ ਜਿਹੜੇ ਸਾਡੇ ਨਾਲ ਦੁਸ਼ਮਣੀ ਕਮਾਉਂਦੇ ਨੇ। ਉਹ ਅਨੇਕਾਂ ਪ੍ਰਕਾਰ ਦੀ ਦੁਸ਼ਮਣੀ ਚਿਤਵਦੇ ਹਨ। ਨੀਠ ਨੀਠ ਨਿਜ ਨੰਦ ਬਚਾਇਆ। ਗੁਰੂ ਹਰਗੋਬਿੰਦ ਸਾਹਿਬ ਦੇ ਬਾਬਤ ਵੇਖੋ ਕਿੰਨੇ ਦੁਸ਼ਮਣ ਸੀ ਉਹਨਾਂ ਦੇ। ਕਦੇ ਉਹਨਾਂ ਨੂੰ ਜ਼ਹਿਰ ਦੇ ਕੇ ਮਾਰਨ ਵਾਲੇ ਆਏ, ਕਦੇ ਸਪੇਰਿਆਂ ਨੇ ਸੱਪ ਦੇ ਕੇ ਮਾਰਨ ਦਾ ਯਤਨ ਕੀਤਾ। ਇਹ ਤਾਂ ਪਤੀ ਦੇਵ ਜੀ ਤੁਸੀਂ ਉਹਨਾਂ ਨੂੰ ਆਪ ਆਪਣਾ ਹੱਥ ਦੇ ਕੇ ਬਚਾਇਆ, ਰੱਖਿਆ। ਜੇ ਤੁਸੀਂ ਚਲੇ ਗਏ ਤੇ ਗੁਰੂ ਹਰਗੋਬਿੰਦ ਸਾਹਿਬ ਦੀ ਰੱਖਿਆ ਕੌਣ ਕਰੇਗਾ? ਹਾਲੇ ਤਾਂ ਉਹ ਬਾਲਕ ਨੇ, ਕੌਣ ਉਹਨਾਂ ਦੀ ਰੱਖਿਆ ਕਰੇਗਾ? ਤੁਮ ਸਮਰੱਥ ਨਿਤ ਸਭ ਭਾਂਤੀ। ਮਹਾਰਾਜ ਤੁਸੀਂ ਸਮਰੱਥ ਹੋ ਸਰਬ ਕਲਾ, ਰਾਤ ਦਿਨ ਤੁਸੀਂ ਹੀ ਸਮਰੱਥ ਹੋ ਸਰਬ ਪ੍ਰਕਾਰ ਕਰਕੇ। ਕੌਣ ਆਸਰੋ ਗਹਿ ਪਛਾਤੀ। ਤੁਹਾਡੇ ਤੋਂ ਪਿੱਛੋਂ ਅਸੀਂ ਕਿਸ ਦਾ ਆਸਰਾ ਗ੍ਰਹਿਣ ਕਰਾਂਗੇ? ਮਹਾਰਾਜ ਸਾਡਾ ਆਸਰਾ ਕੌਣ ਹੈ ਆਪ ਜੀ ਤੋਂ ਬਾਅਦ? ਸ਼੍ਰੀ ਅਰਜਨ ਜੀ ਪੁਨੋ ਬਖਾਨੀ। ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫੇਰ ਬੋਲੇ, ਕਹਿਣ ਲੱਗੇ ਪੂਜਨੀਕ ਮਾਤਾ ਗੰਗਾ ਜੀ ਨੂੰ, ਅਸ ਚਿੰਤਾ ਕਿਮ ਚਿਤ ਮੈਂ ਠਾਨੀ। ਮਹਾਰਾਜ ਜੀ ਕਹਿੰਦੇ ਗੰਗਾ ਜੀ ਇਸ ਤਰ੍ਹਾਂ ਦੀ ਚਿੰਤਾ ਤੁਸੀਂ ਆਪਣੇ ਚਿੱਤ 'ਚ ਕਿਉਂ ਕਰਦੇ ਜੇ? ਏਦਾਂ ਦੀ ਚਿੰਤਾ ਨਾਹਕ ਆਪਣੇ ਹਿਰਦੇ 'ਚ ਕਿਉਂ ਕਰਦੇ ਹੋ? ਸ਼੍ਰੀ ਨਾਨਕ ਸਮਰੱਥ ਜਗਨਾਥਾ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਸਰਬ ਕਲਾ ਸਮਰੱਥ ਨੇ, ਸਾਰੇ ਜਗਤ ਦੇ ਨਾਥ ਹਨ। ਤਿਨ ਕੋ ਅਹਿ ਮਾਥ ਪਰ ਹਾਥਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿਰ ਤੇ ਧੰਨ ਗੁਰੂ ਨਾਨਕ ਸਾਹਿਬ ਦਾ ਹੱਥ ਹੈ। ਤੁਸੀਂ ਕਹਿੰਦੇ ਹੋ ਵੀ ਕੌਣ ਉਹਨਾਂ ਦੀ ਰੱਖਿਆ ਕਰੇਗਾ? ਉਹਨਾਂ ਦੇ ਰਾਖੇ ਗੁਰੂ ਨਾਨਕ ਸਾਹਿਬ ਨੇ। ਉਹਨਾਂ ਦੇ ਸਿਰ ਤੇ ਧੰਨ ਗੁਰੂ ਨਾਨਕ ਸਾਹਿਬ ਦਾ ਹੱਥ ਹੈ। ਸਦਾ ਸਹਾਇਕ ਬਿਗਨ ਨਸਾਇਕ। ਉਹ ਸਦਾ ਹੀ ਸਹਾਇਕ ਨੇ, ਔਰ ਉਹੀ ਸਾਰਿਆਂ ਬਿਗਨਾਂ ਦਾ ਨਾਸ਼ ਕਰਨ ਵਾਲੇ ਬਿਗਨ ਵਿਨਾਸ਼ਕ ਹਨ। ਪ੍ਰਭ ਵਿਸਾਲ ਗਨ ਸ਼ਤਰੁਨ ਕਾਇਤ। ਉਹ ਪ੍ਰਭੂ ਵਿਸ਼ਾਲ ਤੋਂ ਵਿਸ਼ਾਲ, ਵੱਡੇ ਤੋਂ ਵੱਡੇ ਸ਼ਤਰੂਆਂ ਦਾ, ਦੁਸ਼ਮਣਾਂ ਦਾ, ਦੋਖੀਆਂ ਦਾ ਨਾਸ਼ ਕਰਨ ਵਾਲੇ ਹਨ। ਗੁਰ ਪ੍ਰਤਾਪ ਤੇ ਹਰ ਗੋਵਿੰਦ। ਔਰ ਸਤਿਗੁਰੂ ਜੀ ਦੇ ਪ੍ਰਤਾਪ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਤਾਪ ਵਧੇਗਾ। ਦਿਨ ਪ੍ਰਤ ਇਨ ਕੋ ਤੇਜ ਬਿਲੰਦ। ਦਿਨ ਪ੍ਰਤੀ ਦਿਨ ਇਹਨਾਂ ਦਾ ਤੇਜ, ਇਹਨਾਂ ਦਾ ਜਲਾਲ ਵਧੇਗਾ। ਅਪਰ ਨ ਕੀਜੈ ਚਿਤ ਦੁਚਤਾਈ। ਹੇ ਗੰਗਾ ਜੀ ਤੁਸੀਂ ਆਪਣੇ ਚਿੱਤ 'ਚ ਹੋਰ ਕਿਸੇ ਪ੍ਰਕਾਰ ਦੀ ਦੁਚਿੱਤੀ ਨਾ ਕਰੋ।
ਤੁਸੀਂ ਆਪਣੇ ਹਿਰਦੇ 'ਚ ਕਿਸੇ ਪ੍ਰਕਾਰ ਦੀ ਦੁਬਿਧਾ ਨਾ ਰੱਖੋ। ਵੇਦੀ ਕੁਲ ਕੇ ਤਿਲਕ ਸਹਾਈ। ਬੇਦੀ ਕੁਲ ਦੇ ਦੀਪਕ ਧੰਨ ਗੁਰੂ ਨਾਨਕ ਸਾਹਿਬ ਜੀ ਇਹਨਾਂ ਦੇ ਸਹਾਈ ਨੇ। ਉਹ ਇਹਨਾਂ ਦੇ ਹਰ ਥਾਂ ਤੇ ਰਖਵਾਲੇ ਨੇ, ਹਰ ਜਗ੍ਹਾ ਤੇ ਇਹਨਾਂ ਦੀ ਰੱਖਿਆ ਕਰਨ ਵਾਲੇ ਨੇ। ਉਹਨਾਂ ਨੂੰ ਹੀ ਅਸੀਂ ਕਿਹਾ ਤੂੰ ਮੇਰਾ ਰਾਖਾ ਸਭਨੀ ਥਾਈ। ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾ ਕਾ ਅੰਤਰ ਜਾਮੀ। ਉਹੀ ਸਾਰਿਆਂ ਦੇ ਰਖਵਾਲੇ ਨੇ, ਉਹੀ ਗੁਰੂ ਹਰਗੋਬਿੰਦ ਸਾਹਿਬ ਦੀ ਰੱਖਿਆ ਕਰਨਗੇ। ਅਸ ਕੈ ਕਰੁਣਾ ਧਾਰ ਨਿਹਾਰਾ। ਇਦਾਂ ਕਹਿ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਕਰੁਣਾ ਭਰੀ ਦ੍ਰਿਸ਼ਟੀ ਨਾਲ ਮਾਤਾ ਗੰਗਾ ਜੀ ਵੱਲ ਵੇਖਿਆ ਹੈ। ਔਰ ਗੰਗਾ ਕੇ ਮੋਹ ਵਿਦਾਰਾ। ਮਾਤਾ ਜੀ ਦੇ ਹਿਰਦੇ 'ਚ ਜਿਹੜੀ ਮੋਹ ਦੀ ਬਿਰਤੀ ਸੀ ਇੱਕਦਮ ਗੁਰੂ ਸਾਹਿਬ ਦੀ ਦ੍ਰਿਸ਼ਟੀ ਨਾਲ ਦੂਰ ਹੋ ਗਈ। ਜਿਵੇਂ ਪਾਣੀ ਦੇ ਉੱਤੇ ਜਾਲਾ ਜੰਮਿਆ ਹੁੰਦਾ ਨਾ, ਜਾਲਾ ਪਾਸੇ ਕਰ ਦਈਦਾ ਹੱਥ ਨਾਲ, ਏਦਾਂ ਮਾਤਾ ਜੀ ਦੇ ਹਿਰਦੇ 'ਚੋਂ ਮੋਹ ਤੇ ਮਮਤਾ ਦੀ ਬਿਰਤੀ ਗੁਰੂ ਸਾਹਿਬ ਨੇ ਆਪਣੀ ਦ੍ਰਿਸ਼ਟੀ ਕਰਦਿਆਂ ਦੂਰ ਕਰ ਦਿੱਤੀ। ਪ੍ਰਾਪਤ ਭਇਓ ਗਿਆਨ ਸੁਖ ਦਾਨੀ। ਇੱਕਦਮ ਮਾਤਾ ਗੰਗਾ ਜੀ ਇੱਕ ਅਕਹਿ ਤੇ ਅਕਥ ਜੇ ਆਨੰਦ ਵਿੱਚ ਵਿਲੀਨ ਹੋ ਗਏ। ਅੰਦਰ ਦੀ ਇੱਕ ਆਤਮਾ ਦਾ ਗਿਆਨ ਜੋ ਸੀ ਉਹ ਮਾਤਾ ਜੀ ਦੇ ਹਿਰਦੇ ਵਿੱਚ ਉਜਾਗਰ ਹੋ ਗਿਆ। ਜਿਮ ਪਤੀ ਕਹਿਤ ਸਾਚ ਤਿਮ ਜਾਨੀ। ਜਿਵੇਂ ਪਤੀ ਦੇਵ ਗੁਰੂ ਅਰਜਨ ਦੇਵ ਸਾਹਿਬ ਨੇ ਕਿਹਾ, ਇੱਕ ਇੱਕ ਬਚਨ ਸਤਿਗੁਰਾਂ ਦਾ ਮਾਤਾ ਗੰਗਾ ਜੀ ਨੇ ਸੱਚ ਕਰਕੇ ਜਾਣਿਆ, ਸੱਚ ਕਰਕੇ ਮੰਨਿਆ ਹੈ। ਕਰ ਕੋ ਜੋਰਤ ਬਾਕ ਬਖਾਨਾ। ਹੱਥ ਜੋੜ ਕੇ ਮਾਤਾ ਗੰਗਾ ਜੀ ਉਸ ਵਕਤ ਬੋਲੇ, ਕਹਿਣ ਲੱਗੇ ਜਥਾ ਜੋਗ ਸੁਕ੍ਰਿਤ ਤੁਮ ਠਾਨਾ। ਕਹਿਣ ਲੱਗੇ ਸਤਿਗੁਰੂ ਜੀ ਜਥਾ ਯੋਗ ਤੁਸੀਂ ਜੋ ਕਰ ਰਹੇ ਹੋ ਭਲਾ ਹੀ ਕਰ ਰਹੇ ਹੋ। ਵੇਖੋ ਪਹਿਲਾਂ ਮਾਤਾ ਜੀ ਕਹਿ ਰਹੇ ਸਨ ਵੀ ਇਹ ਕੀ ਕਰਨ ਲੱਗੇ ਜੇ। ਉਹੀ ਮਾਤਾ ਜੀ ਹੁਣ ਜਦੋਂ ਗਿਆਨ ਹੋ ਗਿਆ ਅੰਦਰ ਗੁਰੂ ਕਿਰਪਾ ਦ੍ਰਿਸ਼ਟੀ ਨਾਲ, ਕਹਿੰਦੇ ਮਹਾਰਾਜ ਤੁਸੀਂ ਜੋ ਕਰ ਰਹੇ ਹੋ ਭਲਾ ਹੀ ਕਰ ਰਹੇ ਹੋ। ਸੁਕ੍ਰਿਤ ਦਾ ਮਤਲਬ ਹੁੰਦਾ ਸ੍ਰੇਸ਼ਟ ਕੰਮ, ਭਲਾ ਕੰਮ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਤੁਸੀਂ ਜੋ ਕਰ ਰਹੇ ਹੋ ਭਲਾ ਕਰ ਰਹੇ ਹੋ। ਤੁਮ ਤੇ ਅਪਰ ਨ ਸਿਆਨੋ ਕੋਈ। ਮਹਾਰਾਜ ਤੁਹਾਡੇ ਤੋਂ ਵੱਡਾ ਸਿਆਣਾ ਕੋਈ ਨਹੀਂ। ਜੋ ਆਚੀ ਹੋਏ ਭਾਖਿਓ ਸੋਈ। ਜੋ ਚੰਗਾ ਹੁੰਦਾ ਹੈ ਤੁਸੀਂ ਉਹੀ ਕਹਿ ਰਹੇ ਹੋ। ਇਮ ਸੰਭਾਖਨ ਕਰ ਗੁਰ ਸੋਏ। ਇਦਾਂ ਬਚਨ ਬਿਲਾਸ ਕਰਕੇ ਮਾਤਾ ਗੰਗਾ ਜੀ ਦੇ ਨਾਲ ਉਹਨਾਂ ਨੂੰ ਧੀਰਜ ਦੇ ਕੇ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਆਪਣੇ ਪਲੰਗੇ ਤੇ ਬਰਾਜੇ ਨੇ, ਸੁਖ ਆਸਣਾ ਤੇ ਸੁਖ ਲਿਆ ਹੈ। ਜਾਮ ਜਾਮਨੀ ਜਾਗਰਨ ਹੋਏ। ਪੈਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਉੱਠੇ ਹਨ। ਕਿਰਿਆ ਇਸ਼ਨਾਨ ਆਦ ਸਭ ਕਰੀ। ਆ ਕੇ ਸਰੀਰ ਦੀ ਕਿਰਿਆ ਸੋਧੀ ਹੈ। ਸ੍ਰੀ ਅੰਮ੍ਰਿਤਸਰ ਸਰੋਵਰ ਵਿੱਚ ਮਹਾਰਾਜ ਜੀ ਨੇ ਇਸ਼ਨਾਨ ਕੀਤਾ ਹੈ। ਬੌਰ ਸਮਾਧ ਰੂਪ ਨਿਜ ਧਰੀ। ਇਸ਼ਨਾਨ ਪਾਨ ਕਰਕੇ ਮਹਾਰਾਜ ਜੀ ਆਪਣੀ ਨਿਜ ਸਮਾਧੀ ਵਿੱਚ ਵਿਲੀਨ ਹੋਏ ਨੇ। ਆਪਣੇ ਨਿਜ ਰੂਪ ਆਨੰਦ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਸਥਿਤ ਹੋਏ ਹਨ। ਜਬ ਪ੍ਰਕਾਸ਼ ਰਵ ਕੋ ਹੋਏ ਆਇਓ। ਉਧਰ ਜਦੋਂ ਸੂਰਜ ਦੀ ਕਿਰਨ ਧਰਤੀ ਤੇ ਪਈ, ਆਕਾਸ਼ ਵਿੱਚ ਥੋੜੀ ਜੀ ਲਾਲੀ ਆਈ। ਚੜਨ ਹੇਤ ਖਾਸਾ ਮੰਗਵਾਇਓ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਚੱਲਣ ਵਾਸਤੇ ਆਪਣੇ ਲਈ ਪਾਲਕੀ ਮੰਗਵਾਈ ਹੈ। ਪਾਲਕੀ ਮਹਾਰਾਜ ਜੀ ਨੇ ਸੱਦੀ ਹੈ ਲਾਹੌਰ ਜਾਣ ਲਈ। ਪੰਜ ਸਿੱਖ ਲੈ ਆਪਣੇ ਸਾਥ। ਪੰਜ ਸਿੱਖ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਆਪਣੇ ਨਾਲ ਲਏ ਹਨ। ਕੀਨ ਅਰੂੜਨ ਅਰਜਨ ਨਾਥ। ਗੁਰੂ ਅਰਜਨ ਦੇਵ ਸਾਹਿਬ ਜੋ ਸਾਰੇ ਜਗਤ ਦੇ ਨਾਥ ਨੇ, ਪੰਜ ਸਿੱਖ ਨਾਲ ਲਏ ਭਾਈ ਜੇਠਾ, ਭਾਈ ਪੈੜਾ, ਭਾਈ ਲੰਗਾ, ਭਾਈ ਪਿਰਾਣਾ, ਭਾਈ ਵਿਧੀ ਚੰਦ।
ਇਹ ਪੰਜ ਸਿੱਖਾਂ ਨੂੰ ਨਾਲ ਲੈ ਕੇ ਮਹਾਰਾਜ ਜੀ ਨੇ ਪਹਿਲਾਂ ਧੰਨ ਗੁਰੂ ਰਾਮਦਾਸ ਜੀ ਦੇ ਪਵਿੱਤਰ ਦਰਬਾਰ ਵਿੱਚ ਨਮਸਕਾਰ ਕੀਤੀ ਔਰ ਨਮਸਕਾਰ ਕਰਕੇ ਗੁਰਦੇਵ ਨੇ ਪ੍ਰਸਥਾਨ ਕੀਤਾ ਹੈ। ਵਿਦਿਆ ਜੇਠਾ ਲੰਗਾ ਪਿਰਾਣਾ। ਭਾਈ ਬਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ ਔਰ ਭਾਈ ਲੰਗਾ ਜੀ ਪੰਚਮ ਪੈੜਾ ਸੰਗ ਪਿਆਣਾ। ਔਰ ਪੰਜਵੇਂ ਭਾਈ ਪੈੜਾ ਜੀ ਨਾਲ ਗਏ ਹਨ। ਅਪਰ ਸਰਬ ਦੇ ਧੀਰਜ ਤਿਆਗੇ। ਬਾਕੀ ਸਾਰਿਆਂ ਨੂੰ ਧੀਰਜ ਦੇ ਕੇ ਮਹਾਰਾਜ ਜੀ ਨੇ ਰੋਕਿਆ ਕਿ ਭਾਈ ਕੇਵਲ ਇਹ ਪੰਜ ਸਿੱਖ ਸਾਡੇ ਨਾਲ ਜਾਣਗੇ, ਬਾਕੀ ਸਾਰੀ ਸੰਗਤ ਇੱਥੇ ਹੀ ਰਹੇ। ਰਹੋ ਸੁਦਾਸਰ ਸੇਵਾ ਲਾਗੇ। ਭਾਈ ਤੁਸੀਂ ਇੱਥੇ ਸੁਦਾਸਰ ਸ੍ਰੀ ਅੰਮ੍ਰਿਤਸਰ ਸਾਹਿਬ ਰਹਿ ਕੇ ਗੁਰੂ ਦਰਬਾਰ ਦੀ ਸੇਵਾ ਟਹਿਲ ਕਰਨੀ ਹੈ। ਸ਼੍ਰੀ ਹਰਿਗੋਬਿੰਦ ਸੰਗ ਸਦੀਵਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਰਹਿਣਾ ਤੁਸੀਂ ਹਰ ਵਕਤ। ਦਰਸ਼ਨ ਪਰਸੋ ਹਰਖ ਤਰੀਵਾ। ਇਹਨਾਂ ਦੇ ਦਰਸ਼ਨ ਪਰਸਣੇ ਨੇ ਔਰ ਆਪਣੇ ਹਿਰਦੇ 'ਚ ਹਮੇਸ਼ਾ ਖੇੜਾ, ਵਿਗਾਸ ਤੇ ਖੁਸ਼ੀ ਰੱਖਣੀ ਹੈ। ਨਿਕਸ ਗ੍ਰਹਿ ਤੇ ਸਤਿਗੁਰ ਆਏ। ਮਹਾਰਾਜ ਜੀ ਆਪਣੇ ਘਰ ਤੋਂ ਨਿਕਲ ਕੇ ਗੁਰੂ ਕੇ ਮਹਿਲਾਂ 'ਚੋਂ ਬਾਹਰ ਆਏ ਹਨ। ਗਏ ਸੁਦਾਸਰ ਕੋ ਦਰਸਾਏ। ਆ ਕੇ ਸੁਦਾਸਰ ਸ੍ਰੀ ਅੰਮ੍ਰਿਤਸਰ ਸਾਹਿਬ ਮਹਾਰਾਜ ਜੀ ਨੇ ਹਾਜ਼ਰੀ ਭਰੀ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ ਨੇ। ਪਿਤ ਥਲ ਜਾਨ ਪਾਓ ਵੱਡ ਧਾਰਾ। ਆਪਣੇ ਪਿਤਾ ਜੀ ਦੇ ਅਸਥਾਨ ਧੰਨ ਗੁਰੂ ਰਾਮਦਾਸ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਜਾਣ ਵਾਸਤੇ ਆਪਣੇ ਹਿਰਦੇ 'ਚ ਪੰਜਵੇਂ ਪਾਤਸ਼ਾਹ ਨੇ ਬੜਾ ਭਾਉ, ਬਹੁਤ ਜ਼ਿਆਦਾ ਅਦਬ, ਸਤਕਾਰ ਤੇ ਪਿਆਰ ਆਪਣੇ ਹਿਰਦੇ 'ਚ ਧਾਰਨ ਕੀਤਾ ਹੈ ਕਿ ਸਾਡੇ ਪਿਤਾ ਜੀ ਦਾ ਸਥਾਨ ਹੈ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ। ਆਪਣੇ ਹਿਰਦੇ 'ਚ ਬੜਾ ਅਦਬ, ਭਾਉ, ਸਤਕਾਰ ਧਾਰਨ ਕੀਤਾ ਹੈ। ਅੱਜ ਵੀ ਜਦੋਂ ਗੁਰੂ ਕੇ ਸਿੱਖ ਸ੍ਰੀ ਦਰਬਾਰ ਸਾਹਿਬ ਜਾਂਦੇ ਹਨ, ਮਹਾਰਾਜ ਜੀ ਦਾ ਅਦਬ, ਭਾਉ, ਸਤਕਾਰ ਆਪਣੇ ਹਿਰਦੇ 'ਚ ਰੱਖ ਕੇ ਜਾਂਦੇ ਹਨ। ਪਰ ਕਈ ਕਾਮਰੇਡੀ ਬਿਰਤੀ ਦੇ ਮਾਲਕ ਉਹ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਵੀ ਇਮਾਰਤ ਕਹਿ ਕੇ ਬੁਲਾਉਣ ਲੱਗ ਪਏ ਜੀ। ਉਹ ਤਾਂ ਇੱਕ ਇਮਾਰਤ ਹੀ ਹੈ ਭਾਈ, ਉਹ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦਾ ਘਰ ਹੈ। ਉਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਪਵਿੱਤਰ ਦਰਬਾਰ ਹੈ। ਸਿੱਖਾਂ ਦੇ ਦਿਲਾਂ ਵਿੱਚ, ਹਿਰਦਿਆਂ ਵਿੱਚ ਪੂਰਨ ਸ਼ਰਧਾ, ਭਾਵਨਾ ਤੇ ਆਸਥਾ ਹੈ ਮਹਾਰਾਜ ਜੀ ਦੇ ਇਸ ਪਵਿੱਤਰ ਦਰਬਾਰ ਪ੍ਰਤੀ। ਔਰ ਜਦੋਂ ਗੁਰੂ ਕੇ ਸਿੱਖ ਜਾਂਦੇ ਨੇ, ਭਾਵਨਾ, ਅਦਬ, ਸਤਕਾਰ ਸਹਿਤ ਹੀ ਜਾਂਦੇ ਹਨ। ਪੰਜਵੇਂ ਪਾਤਸ਼ਾਹ ਜੀ ਨੇ ਵੀ ਆਪਣੇ ਪਿਤਾ ਗੁਰੂ ਰਾਮਦਾਸ ਜੀ ਦੇ ਪਵਿੱਤਰ ਦਰਬਾਰ 'ਚ ਜਾਣ ਵਕਤ ਆਪਣੇ ਹਿਰਦੇ 'ਚ ਭਾਵਨਾ, ਪਿਆਰ ਤੇ ਸਤਕਾਰ ਧਾਰਨ ਕੀਤਾ ਹੈ। ਨਮਸਕਾਰ ਕੀਨਸ ਦਰਬਾਰਾ। ਆ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਧੰਨ ਗੁਰੂ ਰਾਮਦਾਸ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਆ ਕੇ ਨਮਸਕਾਰ ਕੀਤੀ ਹੈ। ਸਦਾ ਕੀਰਤਨ ਕੀ ਧੁਨ ਜਹਾਂ। ਐਸਾ ਪਵਿੱਤਰ ਦਰਬਾਰ ਜਿੱਥੇ ਹਰ ਵੇਲੇ ਕੀਰਤਨ ਦੀ ਧੁਨੀ ਦਾ ਆਲਾਪ ਹੁੰਦਾ ਹੈ, ਜਿੱਥੇ ਹਰ ਵੇਲੇ ਕੀਰਤਨ ਦੀਆਂ ਛਹਿਬਰਾਂ ਲੱਗੀਆਂ ਰਹਿੰਦੀਆਂ ਨੇ, ਸਤਿਗੁਰਾਂ ਦੀ ਅੰਮ੍ਰਿਤ ਭਿੱਜੀ ਬਾਣੀ ਦਾ ਕੀਰਤਨ ਹੁੰਦਾ ਹੈ। ਐਸੇ ਪਵਿੱਤਰ ਪਾਵਨ ਦਰਬਾਰ ਵਿੱਚ ਜਿਸ ਦੇ ਜ਼ਰਰੇ ਜ਼ਰਰੇ ਦੇ ਵਿੱਚੋਂ ਪ੍ਰਮਾਤਮਾ ਦਾ ਕੀਰਤਨ ਹੋ ਰਿਹਾ ਹੈ। ਸ਼੍ਰੀ ਹਰਿਮੰਦਰ ਸੁੰਦਰ ਮਹਾ। ਐਸੇ ਸੋਹਣੇ ਪਾਵਨ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜੋ ਅਤ ਸੁੰਦਰ ਦਰਬਾਰ ਹੈ, ਅਤ ਉੱਚਾ ਦਰਬਾਰ ਹੈ। ਕਰੀ ਪ੍ਰਤਰਮਾ ਪਿਤਾ ਨੇ ਹੋਰੇ। ਆਪਣੇ ਪਿਤਾ ਗੁਰੂ ਰਾਮਦਾਸ ਜੀ ਦਾ ਧਿਆਨ ਧਾਰ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਿਹੜੀਆਂ ਛੋਟੀਆਂ ਪਰਿਕਰਮਾਵਾਂ ਹਨ, ਉਹ 3 ਪਰਿਕਰਮਾ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਕੀਤੀਆਂ। ਵੱਡਾ ਤੇਰਾ ਦਰਬਾਰ, ਸੱਚਾ ਤੁਧ, ਤਖਤ ਕਹਿ ਕੇ ਪਰਿਕਰਮਾ ਕੀਤੀ ਹੈ। ਕਰਿਓ ਧਿਆਨ ਬੰਧਤ ਕਰ ਜੋਰੇ। ਦੋਵੇਂ ਹੱਥ ਜੋੜ ਕੇ ਗੁਰੂ ਰਾਮਦਾਸ ਜੀ ਦਾ ਧਿਆਨ ਧਾਰਨ ਕਰਕੇ
ਆਪਣਾ ਸੀਸ ਝੁਕਾ ਕੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਨਿਕਸੇ ਵੈਰ ਪੰਥ ਤਿਸ ਪਰੇ। ਖਾਲਸਾ ਜੀ, ਮੈਂ ਅੱਗੇ ਵੀ ਕਈ ਵਾਰ ਅਕਸਰ ਬੇਨਤੀ ਕਰਦਾ ਹੁੰਨਾ, ਦੁਨੀਆ ਵਿੱਚ ਪੂਰੇ ਬ੍ਰਹਿਮੰਡ ਵਿੱਚ ਸਭ ਤੋਂ ਮਹਾਨ ਸ੍ਰੇਸ਼ਟ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ। ਇੱਕ ਸੋਨੇ ਦਾ ਡੱਬਾ, ਉਹਦੇ ਵਿੱਚ ਦੂਜਾ ਸੋਨੇ ਦਾ ਡੱਬਾ, ਉਸ ਦੂਜੇ ਸੋਨੇ ਦੇ ਵਿੱਚ ਫਿਰ ਅੱਗੇ ਤੀਜਾ ਸੋਨੇ ਦਾ ਡੱਬਾ, ਉਹਦੇ ਵਿੱਚ ਇੱਕ ਹੋਰ ਚੌਥਾ ਸੋਨੇ ਦਾ ਡੱਬਾ, ਫਿਰ ਅੱਗੇ ਪੰਜਵਾਂ ਸੋਨੇ ਦਾ ਡੱਬਾ। ਉਹਦੇ ਵਿੱਚ ਉਸ ਪੰਜਵੇਂ ਸੋਨੇ ਦੇ ਡੱਬੇ ਦੇ ਵਿੱਚ ਪਿਆ ਹੋਇਆ ਇੱਕ ਕੀਮਤੀ ਹੀਰਾ। ਇਹ ਪੂਰਾ ਵਿਸ਼ਵ ਕਹੀਏ, ਪੂਰੀ ਧਰਤੀ ਕਹੀਏ ਤਾਂ ਖਾਲਸਾ ਜੀ ਇੱਕ ਸੋਨੇ ਦਾ ਡੱਬਾ ਹੈ। 9 ਖੰਡ ਪ੍ਰਿਥਵੀ ਦੇ ਵਿੱਚੋਂ ਫਿਰ ਸਭ ਤੋਂ ਉੱਤਮ ਧਰਤੀ ਹੈ ਭਾਰਤ ਖੰਡ ਦੀ ਭੂਮੀ। ਇਹ ਗੱਲ ਵੱਖਰੀ ਹੈ, ਅਸੀਂ ਭਾਰਤ ਖੰਡ ਨੂੰ ਨਿੰਦਦੇ ਹਾਂ, ਪਰ ਇਹ ਗੁਰੂਆਂ ਪੀਰਾਂ ਮਹਾਂਪੁਰਸ਼ਾਂ ਅਵਤਾਰਾਂ ਦੀ ਧਰਤੀ, ਪੈਗੰਬਰਾਂ ਦੀ ਧਰਤੀ ਹੈ। 9 ਖੰਡ ਪ੍ਰਿਥਵੀ ਜਿਹੜੀ ਹੈ ਉਹ ਸੋਨੇ ਦਾ ਡੱਬਾ, ਉਹਦੇ ਚ ਦੂਜਾ ਸੋਨੇ ਦਾ ਡੱਬਾ ਹੈ ਭਾਰਤ ਖੰਡ ਜੋ ਉੱਤਮ ਹੈ। ਭਾਰਤ ਖੰਡ ਵਿੱਚੋਂ ਫਿਰ ਸਭ ਤੋਂ ਸ੍ਰੇਸ਼ਟ ਤੀਜਾ ਸੋਨੇ ਦਾ ਡੱਬਾ ਹੈ ਪੰਜਾਬ, ਗੁਰੂ ਸਾਹਿਬਾਂ ਦਾ ਪਾਵਨ ਪ੍ਰਕਾਸ਼ ਅਸਥਾਨ, ਜਿੱਥੇ ਗੁਰੂ ਸਾਹਿਬਾਂ ਨੇ ਪ੍ਰਕਾਸ਼ ਧਾਰਿਆ 9 ਗੁਰੂ ਸਾਹਿਬਾਨਾਂ ਨੇ। ਤੇ ਫਿਰ ਇਸੇ ਤੀਸਰੇ ਸੋਨੇ ਦੇ ਡੱਬੇ ਵਿੱਚ ਇੱਕ ਚੌਥਾ ਸੋਨੇ ਦਾ ਡੱਬਾ ਹੈ, ਉਹ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਸਭ ਤੋਂ ਪਵਿੱਤਰ ਨਗਰ ਹੈ। ਔਰ ਉਸ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਫਿਰ ਇੱਕ ਪੰਜਵਾਂ ਸੋਨੇ ਦਾ ਡੱਬਾ ਜੋ ਮਹਾਨ ਹੈ, ਸਭ ਤੋਂ ਸ੍ਰੇਸ਼ਟ ਤੇ ਸਰਵੋਤਮ ਹੈ, ਉਹ ਹਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਔਰ ਉਸ ਪਵਿੱਤਰ ਪਾਵਨ ਹਰਿਮੰਦਰ ਵਿੱਚ ਕੀਮਤੀ ਲਾਲ ਹੈ, ਉਹ ਹਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਇਸੇ ਕਰਕੇ ਕਿਹਾ ਡਿਠੇ ਸਭੇ ਥਾਵ ਨਹੀਂ ਤੁਧ ਜਿਹਿਆ, ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾ ਨਾਨਕ ਕਸਮਲ ਜਾਏ ਨਹਿ ਰਾਮਦਾਸ ਸਰ। ਡਾਕਟਰ ਭਾਈ ਵੀਰ ਸਿੰਘ ਜੀ ਸ੍ਰੀ ਹਰਿਮੰਦਰ ਸਾਹਿਬ ਦੀ ਉਪਮਾ ਕਰਦਿਆਂ ਕਹਿੰਦੇ ਨੇ, ਭਾਈ ਸਾਹਿਬ ਇੱਕ ਕਵਿਤਾ ਲਿਖਦੇ, ਉਹ ਕਹਿੰਦੇ ਮਣੀ ਗਵਾਚਿਆ ਸੱਪ ਜਿਉ ਕੁਰ ਲਾਵੰਦਾ, ਪੁੱਤ ਗਵਾਚਿਆ ਮਾਂ ਜਗ ਨਹੀਂ ਭਾਵੰਦਾ। ਕਿਸੇ ਸੱਪ ਦੀ ਮਣੀ ਗਵਾਚ ਜੇ ਤੇ ਕੁਰਲਾਪ ਕਰਦਾ, ਕਿਸੇ ਮਾਂ ਦਾ ਪੁੱਤ ਗਵਾਚ ਜਾਏ ਉਹਨੂੰ ਜਗ ਨਹੀਂ ਭਾਉਂਦਾ। ਹਰ ਰਸ ਦੀ ਟੋਟ ਜੇ ਲੱਗੇ ਫਕੀਰ ਨੂੰ, ਪਰਲੋ ਮਚੇ ਚੁਫੇਰ ਤਿਉ ਘਬਰਾਵੰਦਾ। ਟੁੱਟੀ ਹੋਏ ਜੇ ਪ੍ਰੀਤ ਦਰ ਤੇਰੇ ਆਵੰਦਾ। ਜਿਹੜਾ ਹਰ ਪਾਸਿਓਂ ਟੁੱਟ ਜਾਏ, ਜਿਹਦੀ ਕਿਤੇ ਪ੍ਰੀਤ ਨਾ ਸੁਣੀ ਜਾਏ, ਜਿਹਦੀ ਹਰ ਰਸ ਦੀ ਟੋਟ ਲੱਗ ਜਾਏ, ਹਰ ਪਾਸਿਓਂ ਨਿਰਾਸ਼ ਹੋ ਜਾਏ, ਹੇ ਗੁਰੂ ਰਾਮਦਾਸ ਸਾਹਿਬ, ਉਹ ਜਦੋਂ ਤੇਰੇ ਦਰ ਤੇ ਚੱਲ ਕੇ ਆਉਂਦਾ ਉਹਦੀ ਆਸ ਵੱਜ ਜਾਂਦੀ ਹੈ। ਤੇਰੇ ਦਰ ਤੇ ਜਦੋਂ ਚੱਲ ਕੇ ਆਉਂਦਾ ਉਹਦੀ ਆਸ ਵੱਜ ਜਾਂਦੀ। ਐਸਾ ਦਰਬਾਰ ਹੈ ਮਹਾਰਾਜ ਜੀ ਦਾ। ਪੰਜਵੇਂ ਪਾਤਸ਼ਾਹ ਨੇ ਪਿਤਾ ਗੁਰੂ ਰਾਮਦਾਸ ਜੀ ਦਾ ਧਿਆਨ ਧਾਰਿਆ, ਉਹਨਾਂ ਦਾ ਧਿਆਨ ਧਾਰ ਕੇ ਗੁਰੂ ਰਾਮਦਾਸ ਜੀ ਦੇ ਪਵਿੱਤਰ ਦਰਬਾਰ ਵਿੱਚ ਨਮਸਕਾਰ ਕੀਤੀ। 3 ਪਰਿਕਰਮਾਵਾਂ ਕੀਤੀਆਂ ਹਨ। ਨਿਕਸੇ ਵੈਰ ਪੰਥ ਤਿਸ ਪਰੇ। ਦਰਬਾਰ ਸਾਹਿਬ ਚੋਂ ਬਾਹਰ ਆਏ ਤੇ ਲਾਹੌਰ ਦੇ ਰਸਤੇ ਤੇ ਪੈ ਚੱਲੇ ਹਨ। ਲਾਪੁਰ ਦਿਸ਼ ਸਨ ਮੁਖ ਮੁਖ ਕਰੇ। ਲਾਹੌਰ ਦਿਸ਼ਾ ਨੂੰ ਮੁਖ ਕਰ ਲਿਆ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ। ਸਿੱਖ ਸਕਲ ਜੁਤ ਹਰ ਗੋਵਿੰਦ। ਮਰਿਆਦਾ ਪਾਣ ਚੱਲੇ ਨੇ। ਖਾਲਸਾ ਜੀ, ਇੱਕ ਉਹ ਸ਼ਹੀਦ ਹੁੰਦੇ ਨੇ ਜਿਹੜੇ ਰਣ ਭੂਮੀ 'ਚ ਸ਼ਹੀਦ ਹੁੰਦੇ ਨੇ। ਇੱਕ ਉਹ ਸ਼ਹੀਦ ਹੁੰਦੇ ਨੇ ਜਿਹੜੇ ਆਪਣੀ ਜਗ੍ਹਾ ਤੇ ਘਰ ਬੈਠੇ ਨੇ, ਕੋਈ ਉੱਥੇ ਆ ਕੇ ਉਹਨਾਂ ਨੂੰ ਸ਼ਹੀਦ ਕਰ ਜਾਏ। ਪਰ ਇਹ ਸ਼ਹੀਦ ਅਨੋਖੇ ਸ਼ਹੀਦ ਹੁੰਦੇ ਨੇ ਜਿਹੜੇ ਸ਼ਹੀਦੀ ਦੇਣ ਵਾਸਤੇ ਆਪ ਖੁਦ ਉਸ ਜਗ੍ਹਾ ਤੇ ਜਾਣ ਜਿੱਥੇ ਉਹਨਾਂ ਦੀ ਸ਼ਹੀਦੀ ਹੋਣੀ ਹੈ।
ਇਹ ਸ਼ਹੀਦ ਅਨੋਖੇ ਨੇ। ਔਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੱਜ ਸ਼ਹੀਦਾਂ ਦੇ ਸਰਤਾਜ ਹੋਣ ਵਾਸਤੇ ਗੁਰੂ ਘਰ ਵਿੱਚ ਸਭ ਤੋਂ ਪਹਿਲੀ ਸ਼ਹਾਦਤ ਪ੍ਰਾਪਤ ਕਰਨ ਵਾਸਤੇ ਔਰ ਅੱਗੇ ਸਿੱਖਾਂ ਲਈ ਪੂਰਨੇ ਪਾਉਣ ਲਈ ਪੰਜਵੇਂ ਪਾਤਸ਼ਾਹ ਨੇ ਲਾਹੌਰ ਨੂੰ ਮੁੱਖ ਕੀਤਾ ਤੇ ਚੱਲ ਪਏ ਹਨ। ਸਿੱਖ ਸਕਲ ਜੁਤ ਹਰ ਗੋਵਿੰਦ, ਸਿੱਖਾਂ ਦੇ ਸਮੇਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵਿਦਾ ਹੇਤ ਗਮਨੇ ਨਰ ਬ੍ਰਿੰਦ। ਉਹ ਸਾਰੇ ਮਹਾਰਾਜ ਜੀ ਨੂੰ ਵਿਦਾ ਕਰਨ ਵਾਸਤੇ ਅੱਗੇ ਤੱਕ ਗਏ ਹਨ। ਕਿਤਕ ਦੂਰ ਜਬ ਪਹੁੰਚੇ ਜਾਈ, ਜਦੋਂ ਥੋੜਾ ਜਿਹਾ ਪੈਂਡਾ ਤੈਅ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਵੱਲ ਨੂੰ ਵਧੇ ਹਨ। ਖਰੇ ਪਏ ਸਤਿਗੁਰ ਸੁਖਦਾਈ, ਸੁਖ ਦਾਤੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਚਲਦਿਆਂ ਚਲਦਿਆਂ ਖਲੋ ਗਏ। ਸਭ ਸੋ ਕੈ ਨੀਕੇ ਉਪਦੇਸ਼, ਜਿਹੜੇ ਨਾਲ ਵਿਦਾ ਕਰਨ ਆਏ ਸੀ ਸਿੱਖ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਨਾਲ ਸਨ। ਉਹਨਾਂ ਸਾਰਿਆਂ ਨੂੰ ਮਹਾਰਾਜ ਪੰਜਵੇਂ ਪਾਤਸ਼ਾਹ ਉਪਦੇਸ਼ ਦੇ ਕੇ ਕਹਿਣ ਲੱਗੇ, ਸਿਮਰੋ ਸਤਿਗੁਰ ਹਰੋ ਕਲੇਸ਼। ਭਾਈ ਪਰਮੇਸ਼ਰ ਨੂੰ ਸਿਮਰੋ, ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਰੱਬ ਦਾ ਸਿਮਰਨ ਕਰੋ, ਪਰਮੇਸ਼ਰ ਦੀ ਬੰਦਗੀ ਕਰੋ, ਅਕਾਲ ਪੁਰਖ ਨੂੰ ਧਿਆਵੋ, ਅਕਾਲ ਪੁਰਖ ਨੂੰ ਅਰਾਧੋ। ਸਾਹਿਬ ਬੁੱਢਾ ਅਰ ਗੁਰਦਾਸ, ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਕੋਲ ਸਨ। ਇਨ ਜੁਤ ਸ਼੍ਰੀ ਹਰਿ ਗੋਵਿੰਦ ਪਾਸ, ਇਹਨਾਂ ਦੇ ਸਮੇਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬਿਲਕੁਲ ਪੰਜਵੇਂ ਪਾਤਸ਼ਾਹ ਦੇ ਨਜ਼ਦੀਕ ਕੋਲ ਖੜੇ ਸਨ। ਰਹੋ ਸਦਾ ਧਰ ਗੁਰਮਤ ਆਛੇ, ਮਹਾਰਾਜ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਉਪਦੇਸ਼ ਦਿੰਦੇ ਹਨ, ਕਹਿੰਦੇ ਸਦਾ ਗੁਰਮਤ ਨੂੰ ਧਾਰਨ ਕਰਕੇ ਰੱਖਣਾ ਰਹਿਣਾ ਹੈ। ਨਿਤ ਪ੍ਰਸੰਨ ਰਾਖੋ ਹਮ ਪਾਛੇ, ਆਖਿਆ ਸਾਡੇ ਪਿੱਛੋਂ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਨੂੰ ਹਮੇਸ਼ਾ ਪ੍ਰਸੰਨ ਰੱਖਣਾ ਹੈ। ਮਹਾਰਾਜ ਛੇਵੇਂ ਪਾਤਸ਼ਾਹ ਨੂੰ ਵੇਖੋ ਇੱਕ ਪਿਤਾ ਵੱਲੋਂ ਕੈਸੀ ਸੁੰਦਰ ਹਦਾਇਤ ਹੋ ਰਹੀ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਉਹ ਮਹਾਨ ਸਿੱਖ ਨੇ ਜਿਹੜੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਘਰ ਵਿੱਚ ਸੇਵਾ ਕਰ ਰਹੇ ਤੇ ਗੁਰਿਆਈ ਦਾ ਤਿਲਕ ਦੇਣ ਦਾ ਮਾਣ ਜਿਨ੍ਹਾਂ ਦੇ ਕੋਲ ਹੈ। ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿ ਰਹੇ ਨੇ ਜਾਣ ਵੇਲੇ ਕਿ ਇਹਨਾਂ ਦਾ ਪੂਰਾ ਅਦਬ ਤੇ ਸਤਿਕਾਰ ਰੱਖਣਾ ਹੈ। ਫਿਰ ਨਾਲੇ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਵਿਦਿਆ ਦਾਤੇ ਵੀ ਨੇ। ਬਾਬਾ ਬੁੱਢਾ ਸਾਹਿਬ ਜੀ ਕੋਲੋਂ ਗੁਰੂ ਹਰਗੋਬਿੰਦ ਸਾਹਿਬ ਨੇ ਗੁਰਮੁਖੀ ਪੜ੍ਹੀ ਹੈ, ਵਿਦਿਆ ਪੜ੍ਹੀ ਹੈ, ਉਸਤਾਦ ਵੀ ਨੇ। ਇਸ ਕਰਕੇ ਇਹ ਵੀ ਸਿੱਖਿਆ ਦੇ ਰਹੇ ਨੇ ਵੀ ਇਹਨਾਂ ਦਾ ਸਤਿਕਾਰ ਰੱਖਣਾ ਤੁਸੀਂ ਆਪਣੇ ਦਿਲ ਵਿੱਚ। ਕਿਨਹੁ ਆਗਿਆ ਭੰਗ ਨ ਕਰਨੀ, ਇਹਨਾਂ ਦੀ ਆਗਿਆ ਭੰਗ ਨਹੀਂ ਕਰਨੀ। ਜੋ ਬਾਬਾ ਬੁੱਢਾ ਸਾਹਿਬ ਜੀ ਆਖਣ ਇਹਨਾਂ ਦਾ ਬਚਨ ਤੁਸੀਂ ਮੰਨਣਾ ਹੈ। ਨਿਜ ਮਤ ਕੀਜੈ ਇਨ ਅਨੁਸਰਨੀ, ਆਪਣੀ ਮਤ ਇਹਨਾਂ ਦੇ ਅਨੁਸਰਨੀ ਭਾਵ ਇਹਨਾਂ ਦੇ ਅਨੁਸਾਰ ਹੋ ਕੇ ਚਲਾਉਣੀ ਹੈ। ਹਰ ਗੋਵਿੰਦ ਕੋ ਪੁਨੈ ਸੁਨਾਈ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਇਹ ਬਚਨ ਸੁਣਾਏ ਗੁਰੂ ਅਰਜਨ ਦੇਵ ਸਾਹਿਬ ਜੀ ਨੇ। ਅਦਬ ਰੱਖੋ ਨਿਤ ਬੁੱਢਾ ਭਾਈ, ਬਾਬਾ ਬੁੱਢਾ ਸਾਹਿਬ ਜੀ ਦਾ ਅਦਬ ਰੱਖਣਾ। ਮਹਾਰਾਜ ਜੀ ਨੇ ਭਾਈ ਗੁਰਦਾਸ ਤੇ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੂੰ ਵੀ ਪਹਿਲਾਂ ਕਿਹਾ ਕਿ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਅਨੁਸਾਰੀ ਹੋ ਕੇ ਚੱਲਣਾ। ਫਿਰ ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਤੀ ਵੀ ਕਹਿ ਰਹੇ ਨੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਕਿ ਤੁਸੀਂ ਇਹਨਾਂ ਦਾ ਪੂਰਾ ਅਦਬ ਤੇ ਸਤਿਕਾਰ ਰੱਖਣਾ ਹੈ। ਜਿਮ ਆਗਿਆ ਦੇ ਤੈਸੇ ਰਹਿਣਾ, ਜਿਵੇਂ ਬਾਬਾ ਬੁੱਢਾ ਸਾਹਿਬ ਜੀ ਆਗਿਆ ਦੇਣ ਗੁਰੂ ਹਰਗੋਬਿੰਦ ਜੀ ਤੁਸੀਂ ਉਸੇ ਤਰ੍ਹਾਂ ਰਹਿਣਾ ਹੈ। ਨੈ ਇਨਕੇ ਸਨਮੁਖ ਕਬ ਕਹਿਣਾ, ਕਦੇ ਇਹਨਾਂ ਦੇ ਸਨਮੁਖ ਪਲਟਵਾਂ ਜਵਾਬ ਨਹੀਂ ਦੇਣਾ, ਇਹਨਾਂ ਨੂੰ ਕਦੇ ਮੋੜਵਾਂ ਜਵਾਬ ਨਹੀਂ ਦੇਣਾ। ਜੋ ਕਹਿ ਦੇਣ ਸੱਤ ਕਰਕੇ ਮੰਨਣਾ ਹੈ। ਦੋਹਰਾ ਸੁਨ ਸ਼੍ਰੀ ਅਰਜਨ ਕੇ ਬਚਨ, ਬੁੱਢਾ ਆਦ ਜਿਦਾਸ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਇਹ ਬਚਨ ਬਾਬਾ ਬੁੱਢਾ ਸਾਹਿਬ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਵਰਗੇ ਸਿੱਖਾਂ ਨੇ ਸੁਣੇ ਹਨ। ਯੁੱਤ ਸ਼੍ਰੀ ਹਰਿ ਗੋਵਿੰਦ ਕੇ
ਬੰਦ ਚਰਨ ਸੁਖ ਰਾਸ। ਦੋਵੇਂ ਹੱਥ ਜੋੜ ਕੇ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਇਹਨਾਂ ਸਾਰਿਆਂ ਨੇ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ। ਜੋ ਪਈ ਬਾਰ ਬਾਰ ਕਰ ਬਿਨੇ ਕਨੇਰੀ, ਬਾਰ ਬਾਰ ਬੇਨਤੀ ਕਰਦੇ ਹਨ, ਹਟ ਬੇਚੈਤ ਨਹੀਂ ਤਿਸ ਬੇਰੀ। ਮਹਾਰਾਜ ਸੱਚੇ ਪਾਤਸ਼ਾਹ ਸਾਡਾ ਦਿਲ ਨਹੀਂ ਕਰਦਾ ਅਸੀਂ ਵਾਪਸ ਜਾਈਏ, ਪਰ ਮਹਾਰਾਜ ਜੀ ਕਹਿੰਦੇ ਭਾਈ ਹੁਣ ਤੁਸੀਂ ਵਾਪਸ ਜਾਣਾ ਹੈ। ਸ਼੍ਰੀ ਅਰਜਨ ਕੈ ਕਰ ਬਹੁ ਬਾਰੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਰ-ਬਾਰ ਕਹਿ ਕੇ ਇਹਨਾਂ ਨੂੰ ਮੋੜਿਆ ਹੈ। ਪਰ ਬਸ ਸਭਨ ਹਟਾਏ ਪਿਛਾਰੀ, ਹੁਣ ਸਾਰਿਆਂ ਨੂੰ ਮਹਾਰਾਜ ਜੀ ਨੇ ਪਿੱਛੇ ਮੋੜਿਆ, ਹਟਾਇਆ ਹੈ। ਆਪਣੀ ਜੋਤ ਪੁੱਤਰ ਮੈਂ ਧਾਰੀ, ਆਪਣੀ ਜੋਤ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਆਪਣੇ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਿੱਚ ਰੱਖ ਦਿੱਤੀ ਹੈ। ਗੁਰ ਅਸ਼ੋਕ ਤਬ ਚਲੇ ਅਗਾਰੀ, ਆਪ ਸ਼ੋਕ ਰਹਿਤ ਹੋ ਕੇ ਖਿੜੇ ਮੱਥੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਲਾਹੌਰ ਨੂੰ ਚੱਲ ਪਏ। ਪਟਿਓ ਸਿੱਖ ਇੱਕ ਗੋਇੰਦਵਾਲ, ਔਰ ਮਹਾਰਾਜ ਜੀ ਨੇ ਇੱਕ ਸਿੱਖ ਸ੍ਰੀ ਗੋਇੰਦਵਾਲ ਸਾਹਿਬ ਭੇਜਿਆ ਹੈ। ਪਹੁੰਚੋ ਆਜ ਤਾਂ ਮਗ ਚਾਲ, ਉਹਨੂੰ ਹੁਕਮ ਕੀਤਾ ਕਿ ਤੂੰ ਅੱਜ ਹੀ ਸਾਰਾ ਪੈਂਡਾ ਤੈਅ ਕਰਕੇ ਗੋਇੰਦਵਾਲ ਸਾਹਿਬ ਪਹੁੰਚਣਾ ਹੈ। ਮਿਲੋ ਅਰਥ ਮਲ ਕੋ ਤੁਮ ਜਾਏ, ਉੱਥੇ ਜਾ ਕੇ ਬਾਬਾ ਅਰਥਮਲ ਜੀ ਨੂੰ ਮਿਲਣਾ। ਬਾਬਾ ਅਰਥਮਲ ਜੀ ਗੁਰੂ ਅਮਰਦਾਸ ਸਾਹਿਬ ਦੇ ਪੋਤਰੇ ਸਨ ਕਿ ਤੁਸੀਂ ਜਾ ਕੇ ਬਾਬਾ ਅਰਥਮਲ ਜੀ ਨੂੰ ਮਿਲਣਾ ਹੈ। ਲਾਪੁਰ ਗਮਨੇ ਦਿਓ ਸੁਨਾਏ, ਉਹਨਾਂ ਨੂੰ ਜਾ ਕੇ ਸਾਡੇ ਵੱਲੋਂ ਦੱਸ ਦੇਣਾ ਕਿ ਅਸੀਂ ਲਾਹੌਰ ਜਾ ਰਹੇ ਹਾਂ ਹੋਤ ਪ੍ਰਾਤ ਕੇ ਸੋ ਚੱਲ ਆਵੇ, ਤੇ ਕੱਲ ਸਵੇਰੇ ਉਹ ਵੀ ਉੱਥੇ ਲਾਹੌਰ ਹੀ ਚੱਲ ਕੇ ਆ ਜਾਣ। ਬਾਬਾ ਅਰਥਮਲ ਜੀ ਉਹ ਕੱਲ ਸਵੇਰੇ ਸਾਡੇ ਕੋਲ ਲਾਹੌਰ ਆ ਜਾਣ ਸਾਨੂੰ ਮਿਲਣ ਵਾਸਤੇ। ਹਮ ਕੋ ਮਿਲੇ ਮੋਦ ਉਪਜਾਵੇ, ਖੁਸ਼ੀ ਦੇ ਨਾਲ ਚਾਉ ਦੇ ਨਾਲ ਚੱਲ ਕੇ ਆਉਣ। ਉਹਨਾਂ ਨੂੰ ਕੋਈ ਕਿਸੇ ਪ੍ਰਕਾਰ ਦਾ ਕੋਈ ਚਿੰਤਾ ਫਿਕਰ ਨਾ ਕਰਨ, ਖੁਸ਼ੀ ਦੇ ਨਾਲ ਚੱਲ ਕੇ ਆ ਕੇ ਸਾਨੂੰ ਮਿਲਣ। ਸੁਨਤ ਸਿੱਖ ਉਤਲਾਵਤ ਤਾਵਾ, ਮਹਾਰਾਜ ਜੀ ਦੇ ਬਚਨ ਸੁਣ ਕੇ ਸਿੱਖ ਬੜਾ ਉਤਲਾ ਕੇ ਕਾਹਲੀ ਨਾਲ ਗੋਇੰਦਵਾਲ ਸਾਹਿਬ ਨੂੰ ਗਿਆ। ਸੰਧਿਆ ਹੋਤ ਪੁਰੀ ਪ੍ਰਵਿਸ਼ਾਵਾ, ਸ਼ਾਮ ਹੁੰਦਿਆਂ ਤੱਕ ਉਹ ਸਿੱਖ ਸ੍ਰੀ ਗੋਇੰਦਵਾਲ ਸਾਹਿਬ ਪਹੁੰਚ ਗਿਆ। ਮਿਲਿਓ ਅਰਥ ਮਲ ਕੋ ਕਰ ਨਮੋ, ਮੱਥਾ ਟੇਕ ਕੇ ਬਾਬਾ ਅਰਥਮਲ ਜੀ ਨੂੰ ਇਹ ਸਿੱਖ ਮਿਲਿਆ। ਹੱਥ ਜੋੜ ਬੈਠੋ ਤੈ ਸਮੋ, ਹੱਥ ਜੋੜ ਕੇ ਉਸ ਵੇਲੇ ਕੋਲ ਬੈਠ ਗਿਆ ਬਾਬਾ ਅਰਥਮਲ ਜੀ ਦੇ। ਸ੍ਰੀ ਸਤਿਗੁਰ ਕੋ ਦੀਨ ਸੰਦੇਸਾ, ਔਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜੋ ਸੁਨੇਹਾ ਸੀ ਉਹ ਬਾਬਾ ਅਰਥਮਲ ਜੀ ਨੂੰ ਇਸ ਸਿੱਖ ਨੇ ਦਿੱਤਾ ਹੈ। ਤੁਮ ਕੋ ਸਿਮਰਨ ਕੀਨ ਵਿਸ਼ੇਸ਼ਾ, ਆਖਿਆ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਜੀ ਨੂੰ ਯਾਦ ਕੀਤਾ ਹੈ, ਮਹਾਰਾਜ ਜੀ ਨੇ ਆਪ ਜੀ ਨੂੰ ਚੇਤੇ ਕੀਤਾ ਹੈ। ਲਾਪੁਰ ਕੋ ਗਮਨੇ ਜਿਸ ਕਾਲ, ਸਤਿਗੁਰੂ ਜੀ ਜਿਸ ਵੇਲੇ ਲਾਹੌਰ ਨੂੰ ਗਏ ਨੇ, ਲਾਹੌਰ ਜਾਣ ਵੇਲੇ ਉਹਨਾਂ ਨੇ ਆਪ ਜੀ ਨੂੰ ਯਾਦ ਕੀਤਾ ਹੈ। ਮੋਕੋ ਕਰ ਤਾਗੀਦ ਵਿਸਾਲ, ਔਰ ਮੈਨੂੰ ਤਾਗੀਦ ਕਰਕੇ ਪਾਤਸ਼ਾਹ ਨੇ ਤੁਹਾਡੇ ਕੋਲ ਭੇਜਿਆ ਹੈ। ਪ੍ਰਾਤ ਚੜਾਵੋ ਤਿਨ ਕੋ ਜਾਏ, ਉਹਨੇ ਕਹਿ ਕੇ ਭੇਜਿਆ ਕਿ ਕੱਲ ਸਵੇਰੇ ਬਾਬਾ ਅਰਥਮਲ ਜੀ ਨੂੰ ਤੁਸੀਂ ਆਪਣੇ ਨਾਲ ਹੀ ਚੜਾ ਕੇ ਲਾਹੌਰ ਲੈ ਕੇ ਆਉਣਾ। ਸੁਨ ਆਗਿਆ ਮੈਂ ਆਇਓ ਤਾਏ, ਮਹਾਰਾਜ ਜੀ ਦੀ ਆਗਿਆ ਸੁਣ ਕੇ ਮੈਂ ਛੇਤੀ ਨਾਲ ਦੌੜ ਕੇ ਕਾਹਲੀ ਨਾਲ ਚੱਲ ਕੇ ਤੁਹਾਡੇ ਕੋਲ ਆਇਆ ਬਾਬਾ ਜੀ। ਕੈ ਬਾਤ ਸੁਨੇ ਬਿਸਮਾਨੇ, ਬਾਬਾ ਅਰਥਮਲ ਜੀ ਇੱਕਦਮ ਬੜੇ ਹੈਰਾਨ ਹੋਏ ਕਿ ਕੀ ਖੇਡ ਵਰਤੀ ਹੈ। ਕਾਰਨ ਕੌਣ ਕਰਤ ਅਨੁਮਾਨੇ, ਅਨੁਮਾਨ ਲਾਉਂਦੇ ਬਾਬਾ ਅਰਥਮਲ ਜੀ ਆਪਣੇ ਮਨ ਹੀ ਮਾਨੇ ਕੀ ਕਾਰਨ ਗੁਰੂ ਸਾਹਿਬ ਵਰਤਾ ਰਹੇ ਹਨ। ਸ੍ਰੀ ਗੁਰ ਅਮਰ ਅੰਸ ਮਿਲ ਸਾਰੇ, ਗੁਰੂ ਅਮਰਦਾਸ ਸਾਹਿਬ ਦੀ ਜਿੰਨੀ ਅੰਸ਼ ਵੰਸ਼ ਸੀ ਬਾਬਾ ਅਰਥਮਲ ਜੀ, ਬਾਬਾ ਸੰਸ ਰਾਮ ਜੀ, ਬਾਬਾ ਆਨੰਦ ਜੀ, ਬਾਬਾ ਸੁੰਦਰ ਜੀ ਸਾਰੇ ਬਹਿ ਕੇ ਰਲ ਕੇ ਸਲਾਹ ਕਰਨ ਲੱਗੇ ਰਾਤ ਨੂੰ ਕਿ ਅਚਾਨਕ ਕੀ ਹੋਇਆ। ਪੰਜਵੇਂ ਪਾਤਸ਼ਾਹ ਜੀ ਲਾਹੌਰ ਜਾ ਰਹੇ ਨੇ, ਸੁਣਿਆ ਬਾਦਸ਼ਾਹ ਨੂੰ ਮਿਲਣ ਵਾਸਤੇ, ਐਸਾ ਕੀ ਕਾਰਨ ਵਰਤਿਆ ਹੈ। ਸਿੱਖ ਸੋ ਬੂਝਤ ਕਰਤ ਵਿਚਾਰੇ, ਉਸ ਸਿੱਖ ਨੂੰ ਪੁੱਛਦੇ ਸਿੱਖਾ ਦੱਸ ਹੋਰ ਉੱਥੇ ਕੀ ਹੋਇਆ, ਕੀ ਵਰਤਿਆ। ਉਹਦੇ ਕੋਲੋਂ ਪੁੱਛ ਕੇ ਨਿਰਣਾ ਕਰਦੇ ਹਨ। ਸੁਨਿਓ ਜੋ ਸ਼ਾ
ਪਠਿਓ ਪਰਵਾਨਾ। ਉਹ ਸਿੱਖ ਨੇ ਦੱਸਿਆ ਜੀ, ਬਾਦਸ਼ਾਹ ਨੇ ਇੱਕ ਪਰਵਾਨਾ ਭੇਜਿਆ ਮਹਾਰਾਜ ਜੀ ਨੂੰ ਬੁਲਾਉਣ ਲਈ। ਜਾਂ ਤੇ ਚਿਤ ਮੈਂ ਚਿੰਤ ਮਾਨਾ। ਇਸ ਕਰਕੇ ਸਾਡੇ ਮਨ 'ਚ ਵੀ ਸਾਰਿਆਂ ਦੇ ਚਿੰਤਾ ਲੱਗੀ ਹੋਈ ਹੈ ਕਿ ਬਾਦਸ਼ਾਹ ਦਾ ਪਰਵਾਨਾ ਸੁਣ ਕੇ ਮਹਾਰਾਜ ਜੀ ਉੱਥੇ ਗਏ ਹਨ। ਕਰੇ ਸ਼ਤੁਰਤਾ ਮੂਰਖ ਚੰਦੂ। ਚੰਦੂ ਗੁਰੂ ਘਰ ਦੇ ਨਾਲ ਸ਼ਤਰੁਤਾ ਕਰ ਰਿਹਾ, ਦੁਸ਼ਮਣੀ ਕਰ ਰਿਹਾ ਹੈ। ਬਿਨ ਦੋਸ਼ਨ ਦੇ ਦੋਸ਼ ਬਿਲੰਦੂ। ਬਿਨਾਂ ਦੋਸ਼ਾਂ ਤੋਂ ਦੋਸ਼ ਲਾ ਰਿਹਾ ਹੈ। ਬਹੁਤ ਵਿਚਾਰਤ ਨਿਸਾ ਬਿਤਾਈ। ਇਦਾਂ ਬੜੀਆਂ ਵਿਚਾਰਾਂ ਕਰਕੇ ਨਾ ਭੱਲੇ ਸਾਹਿਬਜ਼ਾਦਿਆਂ ਨੇ ਰਾਤ ਬਤੀਤ ਕੀਤੀ ਹੈ। ਚਲਿਓ ਅਰਥ ਮਲ ਪਿਖ ਅਰੁਨਾਈ। ਅਗਲਾ ਦਿਨ ਚੜਿਆ, ਸਵੇਰੇ ਥੋੜੀ ਜੀ ਲੋ ਲੱਗੀ ਤੇ ਬਾਬੇ ਅਰਥਮਲ ਨੇ ਉਸੇ ਵੇਲੇ ਤਿਆਰੀ ਕਰ ਲਈ, ਚੱਲ ਪਿਆ। ਇਤ ਸ਼੍ਰੀ ਅਰਜਨ ਗੁਰ ਤੈ ਸਮੋ। ਇਧਰ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਲਾਹੌਰ ਨੂੰ ਜਾ ਰਹੇ ਨੇ। ਰਾਮਦਾਸਪੁਰ ਕੋ ਕਰ ਨਮੋ। ਗੁਰੂ ਰਾਮਦਾਸ ਜੀ ਦੀ ਪਵਿੱਤਰ ਨਗਰੀ ਨੂੰ ਮੱਥਾ ਟੇਕ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਲਾਹੌਰ ਨੂੰ ਵਧੇ ਹਨ। ਸਨੇ ਸਨੇ ਮਗ ਮੈਂ ਪ੍ਰਸਥਾਨੇ। ਸਹਿਜੇ ਸਹਿਜੇ ਪੈਂਡਾ ਤੈਅ ਕਰਦੇ ਜਾ ਰਹੇ ਨੇ। ਪਹੁੰਚਤ ਪੇ ਲਵਪੁਰੀ ਮਝਾਰ। ਔਰ ਗੁਰਦੇਵ ਜੀ ਲਾਹੌਰ ਸ਼ਹਿਰ ਵਿੱਚ ਆ ਪਹੁੰਚੇ ਹਨ। ਇੱਕ ਸੱਦੂ ਸਿੱਖ ਗੁਰਮੁਖ ਮਹਾ। ਖਾਲਸਾ ਜੀ ਲਾਹੌਰ ਸ਼ਹਿਰ ਵਿੱਚ ਇੱਕ ਗੁਰੂ ਘਰ ਦਾ ਬੜਾ ਪਿਆਰਾ ਅਨੰਨ ਜਿਹਾ ਸੇਵਕ ਸਿੱਖ ਹੈ ਸਤਿਗੁਰਾਂ ਦਾ। ਇਹਦਾ ਨਾਂ ਹੈ ਭਾਈ ਸੱਧੂ। ਭਾਈ ਸੱਧੂ ਜੋ ਲਾਹੌਰ ਸ਼ਹਿਰ ਦਾ ਰਹਿਣ ਵਾਲਾ ਗੁਰੂ ਘਰ ਦਾ ਸਿੱਖ ਹੈ। ਕਰਤ ਪ੍ਰਤੀਖਨ ਬਾਸੇ ਤਾਂ। ਉਹ ਉਡੀਕ ਕਰਦਾ ਸੀ ਕਿ ਸਤਿਗੁਰੂ ਜੀ ਕਦੇ ਆਉਣ ਤੇ ਮੇਰੇ ਘਰ ਰਹਿਣ। ਉਹਦੀ ਭਾਵਨਾ ਸੀ, ਮਨ ਉਹਦੀ ਭਾਵਨਾ ਪੂਰੀ ਕਰਨ ਵਾਸਤੇ ਹੀ ਚੱਲੇ ਨੇ ਸਤਿਗੁਰੂ ਜੀ ਲਾਹੌਰ। ਬਾਕੀ ਤਾਂ ਚਲੋ ਜਿਹੜੇ ਕਾਰਨ ਹੈ ਨਹੀਂ ਨੇ। ਮਹਾਰਾਜ ਸੱਚੇ ਪਾਤਸ਼ਾਹ ਨੂੰ ਨਿਤ ਅਰਦਾਸਾਂ ਕਰਕੇ ਸੱਦਦਾ ਹੈ, ਸਤਿਗੁਰੂ ਜੀ ਮੇਰੇ ਘਰ ਆਉਣ। ਦੀਨ ਆਹੋ ਮੈਂ ਦੀਨਨ ਦਿਆਲਾ। ਬੇਨਤੀਆਂ ਕਰਦਾ ਸੀ, ਮਹਾਰਾਜ ਮੈਂ ਦੀਨ ਹਾਂ, ਤੁਸੀਂ ਦੀਨਾਂ ਤੇ ਦਇਆ ਕਰਨ ਵਾਲੇ ਦੀਨ ਦਿਆਲ ਹੋ। ਵਿਖੋ ਭਗਤ ਕੇ ਭਾਉ ਵਿਸਾਲਾ। ਤੁਸੀਂ ਆਪਣੇ ਭਗਤਾਂ ਦਾ ਭਾਉ ਵੇਖਦੇ ਹੋ, ਪ੍ਰੇਮ ਵੇਖਦੇ ਹੋ। ਹਮ ਕਰ ਨਿਸਾ ਬਾਸ ਜੇ ਕਰਈ। ਸਤਿਗੁਰੂ ਜੀ ਜੇ ਮੇਰੇ ਘਰ ਵਿੱਚ ਰਾਤ ਤੁਸੀਂ ਬਤੀਤ ਕਰੋ। ਸਰਬ ਸੇਵਾ ਥਾਨੋ ਕਰ ਜੇ ਕਰਈ। ਮੈਂ ਆਪਣੇ ਹੱਥੀਂ ਤੁਹਾਡੀ ਸੇਵਾ ਕਰਾਂ। ਇਹ ਅਰਦਾਸਾਂ ਕਰ ਰਿਹਾ ਉਹ ਸਿੱਖ ਕਿ ਸਤਿਗੁਰੂ ਜੀ ਮੇਰੇ ਘਰ ਆਉਣ ਤੇ ਮੈਂ ਰਾਤ ਉਹਨਾਂ ਨੂੰ ਆਪਣੇ ਘਰੇ ਰੱਖ ਕੇ ਸੇਵਾ ਕਰਾਂ। ਕਰਨ ਆਹਾਰ ਆਦ ਜੇ ਸੇਵਾ। ਹੱਥੀਂ ਪ੍ਰਸ਼ਾਦਾ ਤਿਆਰ ਕਰਕੇ ਮਹਾਰਾਜ ਜੀ ਨੂੰ ਛਕਾਵਾਂ। ਕਰਵਾਵੇਂ ਮੋਤੇ ਗੁਰਦੇਵਾ। ਗੁਰਦੇਵ ਮੇਰੇ ਕੋਲੋਂ ਇਹ ਸੇਵਾ ਕਰਵਾ ਲੈਣ। ਬਨੋ ਕਿਰਤਾਰਥ ਪੂਰੇ ਆਸਾ। ਮੈਂ ਕਿਰਤਾਰਥ ਹੋ ਜਾਵਾਂ, ਮੇਰੀ ਆਸਾ ਸਤਿਗੁਰੂ ਜੀ ਪੂਰੀ ਕਰ ਦੇਣ। ਸਿਮਰਤ ਸਤਿਗੁਰ ਧਰ ਪਰਵਾਸਾ। ਘਰ ਵਿੱਚ ਬੈਠਾ ਭਾਈ ਸੱਧੂ ਅਰਦਾਸਾਂ ਕਰਦਾ, ਮਹਾਰਾਜ ਜੀ ਨੂੰ ਯਾਦ ਕਰਦਾ, ਸਿਮਰਦਾ। ਇਸ ਦਿਨ ਜਿਸ ਕੇ ਉਰ ਲਿਵ ਲਾਗੀ। ਰਾਤ ਦਿਨ ਇਹਦੇ ਮਨ 'ਚ ਇੱਕੋ ਲਿਵ ਲੱਗੀ ਹੋਈ, ਸਤਿਗੁਰੂ ਜੀ ਆ ਜਾਓ, ਮੇਰੇ ਘਰ ਆ ਕੇ ਚਰਨ ਪਾਓ। ਮੈਂ ਕੈ ਸਮੇਂ ਬਨੋ ਵੱਡ ਭਾਗੀ। ਔਰ ਮਹਾਰਾਜ ਮੈਂ ਕਿਹੜੇ ਸਮੇਂ ਵੱਡਿਆਂ ਭਾਗਾਂ ਵਾਲਾ ਹੋਵਾਂਗਾ, ਜਦੋਂ ਤੁਸੀਂ ਆਓਗੇ ਮੇਰੇ ਵੱਡੇ ਭਾਗ ਹੋਣਗੇ। ਕੀਰਤਨ ਮੇਲ ਕਰਤ ਬਹੁ ਤੇਰਾ। ਮਹਾਰਾਜ ਤੁਹਾਡਾ ਮੇਲ ਹੋਵੇਗਾ, ਮੇਰੇ ਘਰ ਵਿੱਚ ਵੀ ਕੀਰਤਨ ਦੀਆਂ ਛਹਿਬਰਾਂ ਲੱਗਣਗੀਆਂ। ਹਿਰਦੇ ਪ੍ਰਤੀਖਤ ਸੰਜ ਬਸਬੇਰਾ। ਸਵੇਰੇ ਸ਼ਾਮ ਉਡੀਕਦਾ ਭਾਈ ਸੱਧੂ ਮਹਾਰਾਜ ਪੰਜਵੇਂ ਪਾਤਸ਼ਾਹ ਨੂੰ। ਕਰੇ ਕਾਮਨਾ ਪੂਰਨ ਤਾਈ। ਮਹਾਰਾਜ ਜੀ ਇਹਦੀ ਕਾਮਨਾ ਪੂਰੀ ਕਰਨ ਵਾਸਤੇ ਸਭ ਤਜ ਗਏ ਸਿੱਖ ਘਰ ਮਾਈ। ਖਾਲਸਾ ਜੀ ਹੌਰ ਹਾਲਾਂਕਿ ਬੜੇ ਬੜੇ ਵੱਡੇ ਸਿੱਖ ਸੀ ਲਾਹੌਰ ਸ਼ਹਿਰ ਵਿੱਚ, ਸਾਰਿਆਂ ਦਾ ਘਰ ਛੱਡ ਕੇ ਮਹਾਰਾਜ ਆਪਣੇ ਸਭ ਤੋਂ ਅਧਰੇ ਜੇ ਨਿਮਾਣੇ ਜੇ ਇਸ ਸਿੱਖ ਦੇ ਘਰ ਭਾਈ ਸੱਧੂ ਦੇ ਘਰ ਪਹੁੰਚੇ ਹਨ। ਊਚ ਨੀਚ ਕੀ ਪਰਖ ਨਾ ਕੋਈ। ਪ੍ਰੇਮ ਬਿਲੋਕਤ ਹਰ ਗੁਰ ਸੋਈ। ਭਾਈ ਸੱਧੂ ਅਰਦਾਸ ਕਰ ਰਿਹਾ, ਪੰਜਵੇਂ ਪਾਤਸ਼ਾਹ ਆਓ, ਮੇਰਾ ਘਰ ਆਵੋ। ਅਰਦਾਸਾਂ ਕਰ ਰਿਹਾ, ਇੰਨੇ ਨੂੰ ਦਰਵਾਜ਼ਾ ਖੜਕਾਇਆ।
ਪੰਜਵੇਂ ਪਾਤਸ਼ਾਹ ਜੀ ਅੱਗੇ ਸਾਹਮਣੇ ਦਰਸ਼ਨ ਦੇ ਰਹੇ ਨੇ, ਕਹਿੰਦੇ ਲੈ ਭਾਈ ਸੱਧੂ ਆ ਗਏ ਹਾਂ। ਸਤਿਗੁਰੂ ਇਹ ਨਹੀਂ ਵੇਖਦੇ ਕੋਈ ਉੱਚਾ ਹੈ ਕਿ ਨੀਵਾਂ ਹੈ, ਵੱਡਾ ਹੈ ਕਿ ਅਮੀਰ ਹੈ ਕਿ ਗਰੀਬ ਹੈ। ਮਹਾਰਾਜ ਜੀ ਪ੍ਰੇਮ ਵੇਖਦੇ ਹਨ। ਪ੍ਰੇਮ ਵੇਖਿਆ ਭਾਈ ਸੱਧੂ ਦਾ, ਉਰੇ ਦੇ ਘਰ ਪਾਤਸ਼ਾਹ ਚਰਨ ਪਾਏ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ।